ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਜੋ ਅੱਜ ਸਾਡੇ ਨਾਲ ਮਹਿਮਾਨ ਮੌਜੂਦ ਨੇ ਡਾਕਟਰ ਨਵਨੀਤ ਭੁੱਲਰ ਜੀ। ਇਹ ਕਹਾਵਤ ਇਹਨਾਂ ਤੇ ਪੂਰੀ ਢੁਕਵੀਂ ਬੈਠਦੀ ਹੈ। ਜੀ ਹਾਂ ਜੀ, ਇਹ ਕਾਫੀ ਪਿਛਲੇ ਜਲੰਧਰ ਦੇ ਵਿੱਚ ਹੀ ਤਕਰੀਬਨ 10 ਸਾਲਾਂ ਤੋਂ ਅਪਾਰ ਨਾਮ ਦੀ ਇੱਕ ਜੋ ਸੰਸਥਾ ਹੈ ਉਹ ਚਲਾ ਰਹੇ ਨੇ। ਤੇ ਉਹ ਸੰਸਥਾ ਨੂੰ ਬਣਾਉਣ ਦੇ ਪਿੱਛੇ ਇਹਨਾਂ ਦੀ ਕੀ ਮਨਸ਼ਾ ਰਹੀ ਸੀ, ਇਹਨਾਂ ਦੇ ਦਿਮਾਗ 'ਚ ਜਾਂ ਇਹਨਾਂ ਦੇ ਮਨ 'ਚ ਐਸਾ ਕੀ ਖਿਆਲ ਆਇਆ ਕਿ ਉਹ ਅਜਿਹੇ ਬੱਚਿਆਂ ਲਈ ਕੰਮ ਕਰ ਰਹੇ ਨੇ ਸ਼ਾਇਦ ਜਿਨ੍ਹਾਂ ਨੂੰ ਸੁਸਾਇਟੀ ਅਡੋਪਟ ਹੀ ਨਹੀਂ ਕਰਨਾ ਚਾਹੁੰਦੀ, ਜਿਹਨਾਂ ਨੂੰ ਸੁਸਾਇਟੀ ਆਪਣੇ ਕੋਲ ਰੱਖਣਾ ਹੀ ਨਹੀਂ ਚਾਹੁੰਦੀ। ਸੁਸਾਇਟੀ ਛੱਡੋ, ਸ਼ਾਇਦ ਜਿਨ੍ਹਾਂ ਦੇ ਮਾਂ-ਬਾਪ ਵੀ ਜਦੋਂ ਉਹ ਪੈਦਾ ਹੁੰਦੇ ਨੇ ਤਾਂ ਸ਼ਾਇਦ ਉਦੋਂ ਹੀ ਉਹਨਾਂ ਨੂੰ ਛੱਡ ਦਿੰਦੇ ਨੇ। ਤੋ ਅੱਜ ਅਸੀਂ ਗੱਲ ਕਰਦੇ ਹਾਂ ਡਾਕਟਰ ਨਵਨੀਤ ਭੁੱਲਰ ਜੀ ਦੇ ਨਾਲ ਕਿ ਉਹ ਅਪਾਰ ਨਾਮ ਦੀ NGO ਕਦੋਂ ਤੋਂ ਚਲਾ ਰਹੇ ਨੇ ਅਤੇ ਕਿਸ ਬੇਸ ਤੇ ਚਲਾ ਰਹੇ ਨੇ। ਤੋ ਅਗਲੀ ਗੱਲਬਾਤ ਅਸੀਂ ਕਰਾਂਗੇ ਡਾਕਟਰ ਨਵਨੀਤ ਭੁੱਲਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਜਿੱਦਾਂ ਤੁਸੀਂ ਇਹ ਸੰਸਥਾ ਚਲਾ ਰਹੇ ਹੋ, ਤਕਰੀਬਨ 10 ਸਾਲ ਹੋ ਗਏ ਨੇ ਤੁਹਾਨੂੰ ਜਲੰਧਰ ਦੇ ਵਿੱਚ ਇਹ ਸੰਸਥਾ ਚਲਾਉਂਦੇ ਹੋਏ, ਤਾਂ ਮੈਨੂੰ ਤੁਸੀਂ ਇਹ ਦੱਸੋ ਕਿ ਸਭ ਤੋਂ ਪਹਿਲੇ ਤੁਹਾਡੇ ਦਿਮਾਗ 'ਚ ਇਹ ਖਿਆਲ ਕਿਵੇਂ ਆਇਆ ਕਿ ਅਸੀਂ ਇਹ ਸੰਸਥਾ ਇੱਕ ਐਸੀ ਸੰਸਥਾ ਬਣਾਉਣੀ ਹੈ ਜਿੱਦਾਂ ਦੇ ਤੁਸੀਂ ਬੱਚਿਆਂ ਲਈ ਕੰਮ ਕਰ ਰਹੇ ਹੋ ਅਤੇ ਕਿਸ ਤਰ੍ਹਾਂ ਦੇ ਬੱਚਿਆਂ ਲਈ ਕੰਮ ਕਰ ਰਹੇ ਹੋ, ਸਾਨੂੰ ਉਹ ਥੋੜ੍ਹਾ ਪਲੀਜ਼ ਜ਼ਰੂਰ ਦੱਸੋ। ਬਹੁਤ ਬਹੁਤ ਧੰਨਵਾਦ ਰਾਹੁਲ, ਤੁਸੀਂ ਸਾਨੂੰ ਇਹ ਮੌਕਾ ਦੇ ਰਹੇ ਹੋ ਆਪਣੀਆਂ ਚੁਣੌਤੀਆਂ ਅਤੇ ਆਪਣਾ ਜਿਹੜਾ ਸਾਡਾ ਬੇਸਿਕ ਪ੍ਰੈਮਿਸ ਹੈ ਉਹ ਸ਼ੇਅਰ ਕਰਨ ਲਈ। ਅਤੇ ਤੁਸੀਂ ਸਾਨੂੰ ਆਪਣੇ ਸ਼ਬਦਾਂ ਨਾਲ ਬਹੁਤ ਹਿੰਮਤ ਦਿੱਤੀ ਹੈ ਜਿਹੜੇ ਤੁਸੀਂ ਮੈਨੂੰ ਡਿਸਕ੍ਰਾਈਬ ਕਰਨ ਲਈ ਯੂਜ਼ ਕੀਤੇ। ਥੈਂਕ ਯੂ। ਅਸੀਂ ਅਪਾਰ ਦਾ ਫੁੱਲ ਫਾਰਮ ਹੈ ਜਿਹੜਾ ਇੰਗਲਿਸ਼ ਵਿੱਚ ਉਹ ਆਲਟਰਿੰਗ ਪਰਸੈਪਸ਼ਨਸ ਆਫ ਆਟਿਜ਼ਮ ਐਂਡ ਅਸਿਸਟਿੰਗ ਇਨ ਰੀਹੈਬਿਲਿਟੇਸ਼ਨ। ਅਤੇ ਮਤਲਬ ਕਿ ਜਿਹੜੀਆਂ ਧਾਰਨਾਵਾਂ ਸਮਾਜ ਨੇ ਆਟਿਜ਼ਮ ਤੇ ਬਾਕੀ ਇੰਟੈਲੈਕਚੁਅਲ ਡਿਸੇਬਿਲਿਟੀ ਜਿਹਨਾਂ ਨੂੰ ਬੌਧਿਕ ਅਪਾਹਜਤਾਵਾਂ ਕਹਿੰਦੇ ਨੇ, ਪਹਿਲਾਂ ਮੈਂਟਲ ਰਿਟਾਰਡੇਸ਼ਨ ਕਹਿੰਦੇ ਸੀ ਜਾਂ ਮੰਦਬੁੱਧੀ, ਉਹਨਾਂ ਜਿਹੜੇ ਅਫੈਕਟਡ ਨੇ ਨੌਜਵਾਨ, ਉਹਨਾਂ ਵੱਲ ਜਿਹੜੀਆਂ ਧਾਰਨਾਵਾਂ ਉਹਨਾਂ ਦੀਆਂ ਪਰਿਵਾਰਾਂ ਦੀਆਂ, ਸੁਸਾਇਟੀ ਦੀਆਂ, ਉਹਨਾਂ ਨੂੰ ਆਲਟਰ ਕਰਨਾ, ਉਹਨਾਂ ਨੂੰ ਬਦਲਣ ਲਈ ਐਗਜ਼ਾਮਪਲ ਨਾਲ ਸ਼ੁਰੂ ਹੋਈ ਹੈ। ਮੈਮ ਬੌਧਿਕ ਅਪਾਹਜਤਾ ਤੁਸੀਂ ਥੋੜ੍ਹਾ ਜਿਹਨੂੰ ਐਕਸਪਲੇਨ ਕਰਕੇ ਦੱਸ ਸਕਦੇ ਹੋ ਕਿ ਬੌਧਿਕ ਅਪਾਹਜਤਾ ਕੀ ਹੁੰਦੀ ਹੈ, ਜਾਂ ਉਹ ਬੱਚੇ ਆ ਜਿਹੜੇ ਕਿਹੜੇ ਆ ਜਿਹੜੇ ਬੌਧਿਕ ਅਪਾਹਜ ਦੇ ਨਾਲ ਇਸ ਟਾਈਮ ਜੂਝ ਰਹੇ ਨੇ, ਉਹਨਾਂ ਨੂੰ ਥੋੜ੍ਹਾ ਐਕਸਪਲੇਨ ਕਰਕੇ ਦੱਸੋਗੇ ਪਲੀਜ਼। ਹਾਂਜੀ ਜ਼ਰੂਰ। ਸੋ ਬੌਧਿਕ ਅਪਾਹਜਤਾ ਜਾਂ ਇੰਟੈਲੈਕਚੁਅਲ ਡਿਸੇਬਿਲਿਟੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਮੈਂਟਲ ਹੈਲਥ ਡਿਸਆਰਡਰਸ ਵਿੱਚ ਦੀ ਕਲਾਸੀਫਿਕੇਸ਼ਨ ਚਾਹੁੰਦੀ ਹੈ 3%, ਜਿਵੇਂ ਡਿਪਰੈਸ਼ਨ, ਐਂਗਜ਼ਾਇਟੀ ਕਾਮਨ ਮੈਂਟਲ ਹੈਲਥ ਡਿਸਆਰਡਰਸ ਨੇ, ਉਹ ਕੋਈ 20% ਜਾਂ 30% ਨੇ, ਤੇ ਬਾਕੀ ਸਕਿਜ਼ੋਫਰੇਨੀਆ, ਅਲਕੋਹਲ ਯੂਜ਼ ਡਿਸਆਰਡਰ ਤੇ ਆਟਿਜ਼ਮ ਤੇ ਇੰਟੈਲੈਕਚੁਅਲ ਡਿਸੇਬਿਲਿਟੀ ਇੱਕ ਛੋਟਾ ਜਿਹਾ ਸਲਾਈਸ ਹੈ ਉਸ ਪਾਈ ਚਾਰਟ ਦਾ। ਤੇ ਇਹ ਜਿਹੜੇ ਨੌਜਵਾਨ ਤੇ ਲੜਕੀਆਂ ਹੁੰਦੀਆਂ, ਇਹਨਾਂ ਨੂੰ ਸੁਸਾਇਟੀ ਦੇ ਜਿਹੜੇ ਆਮ ਤਰੀਕੇ ਸਮਝਾਉਣ ਦੇ ਜਾਂ ਕੰਮ ਕਰਨ ਦੇ, ਉਹਨਾਂ ਨੂੰ ਸਪੈਸ਼ਲ ਤਰੀਕੇ ਯੂਜ਼ ਕਰਨੇ ਪੈਂਦੇ ਉਹਨਾਂ ਨੂੰ ਆਪਣੀ ਜ਼ਿੰਦਗੀ ਬਿਤਾਉਣ ਲਈ। ਜਿਵੇਂ ਕਿ ਉਹਨਾਂ ਨੂੰ ਸਿਖਾਉਣਾ, ਲਿਖਣਾ, ਪੜ੍ਹਨਾ ਅਲੱਗ ਤਰੀਕਾ ਹੋਏਗਾ, ਕਿਉਂਕਿ ਉਹਨਾਂ ਨੂੰ ਜਿਵੇਂ ਇੰਟੈਲੀਜੈਂਸ ਕੋਸ਼ੈਂਟ ਕਹਿੰਦੇ ਆ ਜਿਹੜਾ ਅਸੀਂ ਆਮ ਯੂਜ਼ ਕਰਦੇ ਹਾਂ ਵਰਡ, ਉਹ ਉਹਨਾਂ ਦਾ ਘੱਟ ਹੁੰਦਾ ਹੈ ਥੋੜ੍ਹਾ। ਅਤੇ ਅਸੀਂ ਮਤਲਬ ਕਿ ਆਸਾਨ ਭਾਸ਼ਾ 'ਚ ਕਹਿ ਸਕਦੇ ਹਾਂ ਕਿ ਕੁਝ ਅਜਿਹੇ ਵਿਅਕਤੀ ਜਿਨ੍ਹਾਂ ਦੀ ਉਮਰ ਤਕਰੀਬਨ 20, 25 ਜਾਂ 30 ਸਾਲ ਹੋ ਸਕਦੀ ਆ, ਪਰ ਉਹਨਾਂ ਦਾ ਦਿਮਾਗ ਇੱਕ ਜਿਹੜਾ ਕਹਿ ਸਕਦੇ ਕਿ ਛੋਟੇ ਬੱਚਿਆਂ ਵਾਂਗ, ਜਿਵੇਂ 3 ਜਾਂ 4 ਸਾਲ ਦੇ ਬੱਚੇ ਹੁੰਦੇ ਨੇ, ਉਹਨਾਂ ਵਾਂਗ ਰਹਿ ਜਾਂਦਾ। ਅਤੇ ਉਹਨਾਂ ਨੂੰ ਪੜ੍ਹਨਾ, ਲਿਖਣਾ, ਖਾਣਾ, ਬੈਠਣਾ, ਉੱਠਣਾ, ਜੋ ਕਿੱਦਾਂ ਸਿਖਾਉਣਾ ਵਾ ਉਹਨਾਂ ਨੂੰ, ਕਿੱਦਾਂ ਉਹਨਾਂ ਦੀ ਤਿਆਰੀ ਕਰਵਾਉਣੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ, ਉਹ ਜਿਹੜਾ ਕੰਮ ਨੇ ਉਹ ਇਸ ਅਪਾਰ ਸੰਸਥਾ ਦੇ ਅੰਦਰ ਕੀਤਾ ਜਾਂਦਾ ਹੈ। ਅਤੇ ਇਸ ਸੰਸਥਾ ਨੂੰ ਮੈਮ ਬਣਾਉਣ ਦੇ ਪਿੱਛੇ ਤੁਹਾਡੀ ਕੋਈ ਖਾਸ ਮਕਸਦ ਜਾਂ ਤੁਹਾਡੀ ਕੋਈ ਐਸੀ ਖਾਸ ਕੋਈ ਇਨਸੀਡੈਂਟ ਜੁੜਿਆ ਹੋਵੇ ਕਿ ਜੋ ਤੁਸੀਂ ਸੋਚਿਆ ਕਿ ਹਾਂਜੀ ਇਸ ਤਰੀਕੇ ਦੇ ਬੱਚਿਆਂ ਦੇ ਲਈ ਕੰਮ ਕਰਨਾ ਸੀ? ਹਾਂਜੀ ਜ਼ਰੂਰ, ਮੈਂ ਦੱਸਣਾ ਚਾਹਾਂਗੀ ਕਿ ਜੇ ਤੁਸੀਂ ਐਗਜ਼ਾਮਪਲ ਦਿੱਤਾ, ਬੜਾ ਕਾਮਨ ਵਰਡਸ ਵਿੱਚ ਬੜਾ ਸੋਹਣਾ ਤੁਸੀਂ ਐਕਸਪ੍ਰੈਸ ਕੀਤਾ। ਉਹ 3-4 ਸਾਲ ਦੇ ਉਹ ਤੁਸੀਂ ਰਫਲੀ ਕਿਹਾ ਆਫ ਕੋਰਸ, ਬਟ ਮੈਂ ਪ੍ਰੀਸਾਈਜ਼ਲੀ ਇਹ ਕਹਿਣਾ ਚਾਹਾਂਗੀ ਕਿ ਉਹ ਬੱਚਿਆਂ ਦੀ ਸਮਝ, ਉਹਨਾਂ ਨੂੰ ਟ੍ਰੇਨ ਕੀਤਾ ਜਾਵੇ ਤਾਂ ਉਹ ਕਾਫੀ ਐਟ ਪਾਰ ਦੂਜਿਆਂ ਨਾਲ ਹੋ ਸਕਦੇ ਨੇ। ਉਹਨਾਂ ਨੂੰ ਟ੍ਰੇਨ ਕਰਨਾ ਹੀ ਸਾਡੇ ਆਮ ਸਕੂਲਾਂ ਨੂੰ ਨਹੀਂ ਪਤਾ ਕਿਵੇਂ ਕਰਨਾ ਹੈ। ਸੋ ਇਟ ਇਜ਼ ਮੋਰ ਆਫ ਅ ਸੋਸਾਇਟਲ ਪ੍ਰੋਬਲਮ ਦੈਨ ਇਟ ਇਜ਼ ਅ ਇੰਟ੍ਰਿੰਸਿਕ ਪ੍ਰੋਬਲਮ ਉਹਨਾਂ ਵਿੱਚ, ਜਿਹੜੀ ਪ੍ਰੋਬਲਮ ਜਿਹੜੇ ਡਾਇਗਨੋਸ ਕਰ ਬੌਧਿਕ ਅਪਾਹਜ ਨੇ। ਥੈਂਕ ਯੂ। ਅਤੇ ਤੁਸੀਂ ਪੁੱਛਿਆ ਕੋਈ ਪਰਟੀਕੂਲਰ ਇੰਸੀਡੈਂਟ। ਹਾਂਜੀ, ਮੇਰੇ ਬ੍ਰਦਰ ਸਾਡੇ 4 ਚੋਂ ਸਭ ਤੋਂ ਛੋਟੇ ਨੇ, ਅਤੇ ਉਹਨਾਂ ਨੂੰ ਆਟਿਜ਼ਮ ਨਾਲ ਦੀ ਡਾਇਗਨੋਸਿਸ ਮਿਲ ਗਈ ਸੀ 3-4 ਸਾਲ ਦੀ ਉਮਰ ਵਿੱਚ, ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਵਿੱਚ। ਤਾਂ ਜਿਵੇਂ ਵੱਡੇ ਹੁੰਦੇ ਗਏ, ਉਹਦੇ ਮੇਰੇ ਪੇਰੈਂਟਸ ਦੀ ਚੰਗੀ ਹੈਲਥ ਸੀਗੀ, ਘੁੰਮਦੇ ਸੀ, ਪਾਰਕ ਲੈ ਕੇ ਜਾਂਦੇ ਸੀ, ਸਕੂਲਾਂ 'ਚ ਟਰਾਈ ਕੀਤਾ, ਨਹੀਂ ਚੱਲ ਰਿਹਾ, ਕਿਉਂਕਿ ਟੀਚਰਸ ਨੂੰ ਪੜ੍ਹਾਉਣਾ ਉਸ ਟਾਈਮ 'ਤੇ ਤਾਂ ਬਿਲਕੁਲ ਵੀ ਨਹੀਂ, ਕੋਈ ਇਨਕਲੂਸਿਵ ਐਜੂਕੇਸ਼ਨ ਦਾ ਕਨਸੈਪਟ ਹੀ ਨਹੀਂ ਸੀਗਾ। ਅਤੇ ਮਾਫ਼ ਕਰਦੀ ਹਾਂ, ਮੈਂ ਬੜੇ ਅੰਗਰੇਜ਼ੀ ਦੇ ਸ਼ਬਦ ਵਰਤ ਰਹੀ ਹਾਂ। ਅਤੇ ਉਹ ਮੈਨੂੰ ਉਹ ਮੈਂ ਦੇਖਿਆ ਉਹ ਬਹੁਤ ਉਹਨੂੰ ਸਫਰ ਕਰ ਰਿਹਾ ਸੀਗਾ। ਜਦੋਂ ਮੇਰੇ ਪੇਰੈਂਟਸ ਓਲਡਰ ਹੋ ਰਹੇ ਸੀ, ਉਹਨੂੰ ਉਨੀਆਂ ਆਊਟਿੰਗਸ 'ਤੇ ਨਹੀਂ ਲੈ ਕੇ ਜਾਂਦੇ ਸੀ, ਉਹਦੀ ਰੈਕਰੀਏਸ਼ਨ ਤੱਕ ਨਹੀਂ ਹੁੰਦੀ ਸੀ,
ਸਾਡੇ ਰਿਸ਼ਤੇਦਾਰ ਆ ਕੇ ਉਹਨੂੰ ਸਤਿ ਸ਼੍ਰੀ ਅਕਾਲ ਤੱਕ ਨਹੀਂ ਬੁਲਾਉਂਦੇ ਸੀਗੇ, ਬਰਥਡੇ ਪਾਰਟੀ ਉਹਨੂੰ ਕੋਈ ਨਹੀਂ ਇਨਵਾਈਟ ਕਰਦਾ ਸੀਗਾ। ਬਹੁਤ ਦੁੱਖ ਹੁੰਦਾ ਸੀਗਾ ਦੇਖ ਕੇ। ਫਿਰ ਅਸੀਂ ਕੁਝ ਅਮਰੀਕਾ ਦੀਆਂ ਸੰਸਥਾਵਾਂ ਨੂੰ ਜਾ ਕੇ ਥੋੜ੍ਹੀ, ਮੈਂ ਉੱਥੇ ਰਹਿੰਦੀ ਹਾਂ ਅੱਧਾ ਸਾਲ, ਕਾਫੀ ਸਾਲਾਂ ਤੋਂ ਉੱਥੇ ਹਾਂ, ਡਾਕਟਰ ਮੈਂ ਪ੍ਰੈਕਟਿਸ ਕਰਦੀ ਹਾਂ। ਮੈਂ ਦੇਖਿਆ ਕਿ ਇੰਨਾ ਕੁਝ ਸੰਭਵ ਹੈਗਾ ਤੇ ਅਸੀਂ ਕਰ ਨਹੀਂ ਰਹੇ, ਤੇ ਇਸ ਲਈ ਅਪਾਰਤਾ ਦੀ ਸ਼ੁਰੂਆਤ ਹੋਈ। ਠੀਕ ਹੈ, ਤੇ ਮੈਮ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡੀ ਸੰਸਥਾ ਜਿਹੜੀ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਦੇ ਲਈ ਕੰਮ ਕਰ ਰਹੀ ਹੈ। ਤੇ ਮੈਮ ਅਸੀਂ ਬੜੀ ਆਮ ਜੀ ਦਿੱਕਤ ਹੁੰਦੀ ਹੈ ਕਿ ਜਦੋਂ ਕੋਈ ਬਹੁਤ ਵਧੀਆ ਕੰਮ ਕਰਨ ਲੱਗਦੇ ਆ ਨਾ, ਤੇ ਉਹਦੇ ਵਿੱਚ ਰੁਕਾਵਟਾਂ ਬਹੁਤ ਜ਼ਿਆਦਾ ਆਉਂਦੀਆਂ ਨੇ। ਤੁਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਤਕਰੀਬਨ 10 ਸਾਲਾਂ ਤੋਂ ਲਗਾਤਾਰ ਜਲੰਧਰ ਦੇ ਵਿੱਚ ਇੱਕ ਏਡੀ ਵੱਡੀ ਸੰਸਥਾ ਚਲਾ ਰਹੇ ਹੋ। ਇੱਦਾਂ ਦੇ ਲੋਕ ਜਾਂ ਇੱਦਾਂ ਦੇ ਕਹਿ ਸਕਦੇ ਕਿ 20-25 ਸਾਲ ਦੇ ਜਾਂ 30 ਸਾਲ ਦੇ ਜਿਹੜੇ ਬੱਚੇ ਨੇ ਜਾਂ ਬੰਦੇ ਨੇ ਜਾਂ ਇਨਸਾਨ ਨੇ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਹੋ, ਉਹਨਾਂ ਨੂੰ ਪ੍ਰੋਪਰ ਸਮਝਾਉਂਦੇ ਹੋ, ਤੇ ਤੁਸੀਂ ਮੈਨੂੰ ਦੱਸੋ ਕਿ ਸਭ ਤੋਂ ਪਹਿਲੇ ਮੇਜਰ ਪ੍ਰੋਬਲਮ ਜਿਹੜੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਕਿ ਕੋਈ ਵੀ ਡਿਸੇਬਲ ਬੱਚਾ ਤੁਹਾਡੇ ਕੋਲ ਆ ਰਿਹਾ ਵਾ, ਤੁਹਾਨੂੰ ਸਭ ਤੋਂ ਪਹਿਲੇ ਕਿਹੜੀ ਪ੍ਰੋਬਲਮ ਫੇਸ ਕਰਨ ਨੂੰ ਮਿਲਦੀ ਹੈ, ਸਿਰਫ ਬੱਚਿਆਂ ਵੱਲੋਂ ਹੀ ਨਹੀਂ, ਪੂਰੀ ਸੋਸਾਇਟੀ ਵੱਲੋਂ ਜਾਂ ਉਹਨਾਂ ਦੇ ਪੇਰੈਂਟਸ ਵੱਲੋਂ? ਇਹ ਤਾਂ ਮੇਰਾ ਫੇਵਰਟ ਸਵਾਲ ਹੈ ਅਜੇ ਤੱਕ। ਸਾਨੂੰ ਚੁਣੌਤੀਆਂ ਸਭ ਤੋਂ ਪਹਿਲਾਂ ਫੈਮਿਲੀ ਦੇ ਲੈਵਲ ਤੇ ਦੇਖਣ ਨੂੰ ਮਿਲਦੀਆਂ। ਸਾਡੇ ਕੋਲ ਇਸ ਟਾਈਮ ਸ਼ੈਲਟਰਡ ਵਰਕਸ਼ਾਪ ਇਹਨੂੰ ਕਹਿੰਦੇ ਆ, ਜਿੱਥੇ ਅਸੀਂ ਬੈਠੇ ਹਾਂ ਅਪਾਰ, ਤੇ ਸਾਡੇ ਕੋਲ 11 ਜਣੇ ਆਉਂਦੇ ਨੇ ਰੈਗੂਲਰਲੀ। ਪਿਛਲੇ 9 ਸਾਲਾਂ ਤੋਂ ਜਦੋਂ ਤੱਕ ਅਪਾਰ ਦੀ ਸਥਾਪਨਾ ਹੋਈ ਸੀਗੀ, ਸਾਡੇ ਕੋਲ ਕੋਈ 25 ਜਾਂ 30 ਜਣੇ ਆ ਚੁੱਕੇ ਨੇ। ਥੋੜੀ ਦੇਰ ਆ ਕੇ ਚਲੇ ਗਏ, ਕੁੜੀਆਂ ਆਈਆਂ। ਕੁੜੀਆਂ ਤੇ ਜ਼ਿਆਦਾ ਰਹਿੰਦੀਆਂ ਨਹੀਂ, ਉਹਨਾਂ ਨੂੰ ਪੇਰੈਂਟਸ ਨੂੰ ਫਿਕਰ ਹੁੰਦਾ ਹੈ ਕਿ ਤੁਹਾਡਾ ਮੇਲ ਸਟਾਫ ਜ਼ਿਆਦਾ, ਹਾਲਾਂਕਿ ਅਸੀਂ ਫੀਮੇਲ ਸਟਾਫ ਰੱਖਿਆ ਹੁਣ। ਤੇ ਪੇਰੈਂਟਸ ਸਭ ਤੋਂ ਵੱਡੀ ਆਬਸਟੀਕਲ ਨੇ, ਕਿਉਂਕਿ ਬੱਚੇ ਜਦੋਂ ਸਾਡੀ ਕੱਟ ਆਫ ਹੈ 15 ਸਾਲ ਦੀ ਉਮਰ, ਅਸੀਂ ਉਹ ਵੀ ਘਟਾਈ ਹੈ ਕਿਉਂਕਿ ਸਾਡੇ ਕੋਲ ਪੇਰੈਂਟਸ ਆ ਰਹੇ ਸੀ ਜਿਨ੍ਹਾਂ ਦੇ ਬਿਹੇਵੀਅਰ ਨਹੀਂ ਮੈਰਿਜ ਹੋ ਰਿਹਾ ਸੀ। ਹੁਣ ਅਸੀਂ 18 ਤੋਂ 15 ਕਰਤੀ 4-5 ਸਾਲ ਪਹਿਲਾਂ। ਉਹ ਅਜੇ ਵੀ ਪੇਰੈਂਟਸ ਜਿਹੜੇ 15-16 ਸਾਲ ਦੇ ਬੱਚੇ, ਉਹਨਾਂ ਨੂੰ ਕੀ ਹੁੰਦਾ ਹੈ ਕਿ ਇਲਾਜ ਹੋ ਜਾਏਗਾ ਇਹਦਾ, ਕੀ ਪਤਾ ਇਲਾਜ ਹੋ ਜਾਏ, ਕੀ ਪਤਾ ਉਹਨਾਂ ਦੀ ਡੈਫੀਨੇਸ਼ਨ ਇਲਾਜ ਦੀ ਹੈ ਕਿ ਆਪਣੇ ਭਰਾ ਵਿਕਾਸ ਵਰਗਾ ਹੋ ਜਾਏ। ਇਹ ਮੇਰਾ ਮੁੰਡਾ ਵਿਪੁਲ, ਮੈਂ ਬਿਲਕੁਲ ਦੋਵੇਂ ਨਾਮ ਨਕਲੀ ਨਾਮ ਹੈਗੇ, ਅਸਲੀ ਨਾਮ ਨਹੀਂ ਹੈ। ਤੇ ਵਿਕਾਸ ਬੀਕਾਮ ਕਰ ਰਿਹਾ, ਤੇ ਕੀ ਪਤਾ ਵਿਪੁਲ ਵੀ BA ਕਰ ਲੇ, ਦੁਕਾਨ 'ਚ ਬਹਿ ਜੇ। ਇਹ ਜਿਹੜੀ ਧਾਰਨਾ ਹੈ ਉਹ ਉਹਨਾਂ 15-16 ਸਾਲ ਦੇ ਬੱਚਿਆਂ ਨੂੰ ਇੱਥੇ ਲਿਆਉਣਾ ਆਸਾਨ ਹੈ। ਹਾਂਜੀ। ਉਹ ਤੋਂ ਬਾਅਦ ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਰਹਿੰਦੀ ਹੈ, ਪੇਰੈਂਟਸ ਦੀ ਹੋਪ ਘਟਦੀ ਰਹਿੰਦੀ ਹੈ। ਹਾਲਾਂਕਿ ਉਹਨਾਂ ਨੇ ਕੋਈ ਇੰਟਰਵੈਂਸ਼ਨ ਨਹੀਂ ਕੀਤੀ, ਕਿ ਉਹਨਾਂ ਨੂੰ ਸਹੂਲਤ ਹੀ ਨਹੀਂ ਮਿਲੀ ਜਲੰਧਰ 'ਚ ਸਪੈਸ਼ਲੀ, ਤੇ ਪੇਰੈਂਟਸ ਥੱਕ ਵੀ ਜਾਂਦੇ ਨੇ, ਉਹ ਬਜ਼ੁਰਗ ਵੀ ਹੋ ਜਾਂਦੇ ਨੇ। ਉਹਨਾਂ ਨੂੰ ਤਿਆਰ ਕਰਕੇ ਸ਼ੁਰੂ ਵੀ ਕਰਨਾ, ਉਹਨਾਂ ਦੀ ਲਾਈਫ 'ਚ ਇੰਨਾ ਵੱਡਾ ਚੇਂਜ ਆਏ ਕਿ ਉਹ ਇੱਕ ਵਰਕਸ਼ਾਪ ਜਾਣ ਲੱਗ ਜਾਣ, ਸਵੇਰੇ 8-8:30 ਉੱਠ ਕੇ ਵੈਨ ਆਏਗੀ, ਉਹਨਾਂ ਨੂੰ ਪਿਕਅਪ ਕਰੇਗੀ। ਇਹ ਚੁਣੌਤੀ। ਦੂਜਾ ਸੁਸਾਈਟਲ ਚੁਣੌਤੀ। ਸਾਡੀ ਹੁਣ ਪੇਰੈਂਟਸ ਮੀਟਿੰਗ ਹੋਈ ਸੀ, ਗੋਲ ਸੈਟਿੰਗ, ਪਿਛਲੇ 10 ਦਿਨਾਂ 'ਚ ਅਸੀਂ ਫੇਸਬੁੱਕ ਪੋਸਟ ਪਾਈ ਹੈ, ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਸ਼ਰੋਤਾਵਾਂ ਨਾਲ। ਇਹ ਸਾਰੀ ਪੋਸਟ ਵੀ ਰਾਹੁਲ ਜੀ ਕਰਨਗੇ ਸ਼ੇਅਰ। ਤੇ ਉਹਦੇ 'ਚ ਜੀ ਇੱਕ ਮਦਰ ਟੀਅਰਸ ਵਿੱਚ ਸੀਗੀ। ਉਹ ਸਾਡੇ ਕੋਲ 6 ਸਾਲ ਦੇ ਆ ਰਹੇ ਨੇ, ਨਵਜੋਤ ਉਹਨਾਂ ਦਾ ਨਾਮ ਮੈਂ ਲੈ ਰਹੀ ਹਾਂ, ਨਾਮ ਬਦਲੇ ਹੋਏ ਨੇ ਮੈਂ ਕੌਨਫੀਡੈਂਸ਼ੀਅਲਿਟੀ ਲਈ। ਉਹ ਕਹਿ ਰਹੀ ਹੈ ਕਿ ਮੇਰੇ ਨਵੇਂ ਗੁਆਂਢੀ ਆਏ, ਮੈਨੂੰ ਆ ਕੇ ਕਹਿੰਦੇ, ਅੱਛਾ ਜੀ ਤੁਹਾਡਾ ਬੇਟਾ ਪਾਗਲ ਹੈ। ਉਹਦੇ ਮਾਂ ਨੂੰ ਕਹਿ ਰਹੇ ਨੇ, ਤੇ ਮਾਂ ਕਹਿੰਦੀ ਨਹੀਂ ਮੇਰਾ ਬੇਟਾ ਸਪੈਸ਼ਲ ਹੈ। ਤੇ ਮਤਲਬ ਸਾਡੀ ਸੁਸਾਇਟੀ ਮਿਡਲ ਕਲਾਸ, ਜਿਹੜੇ ਕਿ ਗ੍ਰੈਜੂਏਟ ਡਿਗਰੀ ਤਾਂ ਆਮ ਹੀ ਹੈ ਮਿਡਲ ਕਲਾਸ ਕੋਲ ਅੱਜ ਕੱਲ, ਉਹਨਾਂ ਦੀ ਇਹ ਧਾਰਨਾ ਕਿ ਇਹ ਪਾਗਲ ਹੈ। ਇਹ ਤੁਸੀਂ ਸੋਚ ਲਓ। ਮਤਲਬ ਕਿ ਇੱਕ ਵਰਡ ਪਾਗਲ ਜਿਹੜਾ ਮਤਲਬ ਕਿ ਯੂਜ਼ ਜੋ ਉਹਨਾਂ ਦੇ ਮਾਪਿਓ ਨੂੰ ਇੰਨਾ ਹਿੱਟ ਕਰ ਜਾਂਦਾ ਵਾ ਕਿ ਉਹ ਇਮੋਸ਼ਨਲੀ ਇੰਨਾ ਡੈਮੇਜ ਕਰ ਜਾਂਦੇ ਨੇ ਆਪਣੇ ਆਪ ਨੂੰ ਹੀ, ਕਿ ਉਹ ਫਿਰ ਕਈ ਵਾਰ ਸੋਚਦੇ ਨੇ ਕਿ ਅਸੀਂ ਆਪਣੇ ਬੱਚੇ ਨੂੰ ਬਾਹਰ ਕੱਢਣਾ ਹੀ ਨਹੀਂ। ਮੈਂ ਵੀ ਇਹ ਵੀ ਚੀਜ਼ ਨੋਟ ਕਰਨਾ ਚਾਹਾਂਗਾ, ਮੈਨੂੰ ਲੱਗਦਾ ਵਾ ਕਿ ਕਈ ਵਾਰ ਐਸਾ ਵੀ ਹੋ ਸਕਦਾ ਵਾ ਕਿ ਤੁਸੀਂ ਕਿ ਕਈ ਮਾਪਿਓ ਐਸੇ ਨੇ ਜਿਹੜੇ ਸਮਾਜ ਦੇ ਡਰ ਤੋਂ ਹੀ ਆਪਣੇ ਬੱਚੇ ਨੂੰ ਘਰੋਂ ਬਾਹਰ ਕੱਢਦੇ ਹੀ ਨਹੀਂ ਪਏ, ਕਿ ਇਹ ਘਰ ਦੇ ਅੰਦਰ ਆ ਤੇ ਸਾਡੇ ਕੋਲ ਆ, ਇਹ ਠੀਕ ਹੈ, ਇਹਨੂੰ ਆਪਾਂ ਜਿਵੇਂ ਮਰਜ਼ੀ ਪਾਲ ਪੋਸ ਕੇ ਵੱਡਾ ਕਰ ਲਾਂਗੇ, ਪੂਰੀ ਜ਼ਿੰਦਗੀ ਇਹਦੀ ਕੱਢ ਦਾਂਗੇ। ਬਟ ਉਹ ਇਹ ਡਰਦੇ ਕਿ ਅਗਰ ਇਹ ਬਾਹਰ ਜਾਏਗਾ ਇਹਨੂੰ ਲੋਕ ਪਾਗਲ ਕਹਿਣਗੇ, ਗਲਤ ਵਰਡ ਯੂਜ਼ ਕਰਨਗੇ। ਤੁਸੀਂ ਕਿਹਾ ਰਾਹੁਲ ਜੀ, ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰਤਾ, ਮੈਂ ਇੰਨੀ ਐਕਸਾਈਟਿਡ ਹੋ ਗਈ ਤੁਹਾਡੀ ਇੰਨੀ ਧਾਰਨਾ ਕਿਵੇਂ ਤੁਹਾਨੂੰ ਪਤਾ ਲੱਗ ਗਿਆ? ਅਸੀਂ ਤਾਂ ਗੱਲ ਵੀ ਨਹੀਂ ਕੀਤੀ ਇਸ ਬਾਰੇ। ਦੂਜੀ ਮਦਰ ਜਿਹੜੀ ਆਈ, ਉਹਦੇ 2 ਬੇਟੇ ਇੰਟੈਲੈਕਚੁਅਲ ਡਿਸੇਬਲ ਨੇ। ਇੱਕ ਮੁੰਡਾ ਤਾਂ ਘੁੰਮਦਾ ਹੈ ਬਹੁਤ, ਉਹ ਤਾਂ ਲਿਖਦਾ ਹੈ, ਆਪਣਾ ਨਾਮ ਵੀ ਸੋਹਣਾ ਲਿਖ ਲੈਂਦਾ ਹੈ, ਸਕੂਲ 'ਚ ਗਏ ਆ ਦੋਵੇਂ, 20-21 ਸਾਲ ਦੇ ਨੇ। ਉਹ ਜਿਹੜਾ ਉਹਦਾ ਮੈਂ ਨਾਮ ਕੀ ਬਣਾ ਦਾਂ, ਮੈਂ ਵਿਜੇ ਬਣਾ ਦੇਣੀ ਉਹਦਾ ਨਾਮ। ਹਾਂਜੀ ਵਿਜੇ, ਜਿਹੜਾ ਵਿਜੇ ਹੈ ਉਹ ਘੁੰਮਣ ਜਾਂਦਾ ਸ਼ਹਿਰ, ਉਹ ਬਾਹਰ ਜਾ ਕੇ ਬ੍ਰੈਡ ਬਰੂਡ ਵੀ ਲੈ ਆਉਂਦਾ ਹੈ, ਤੇ ਵਾਪਸ ਆ ਕੇ, ਪਰ ਉਹਦਾ ਦਿਲ ਕਰਦਾ ਘੁੰਮਣ ਦਾ, ਵਾਪਸ ਆ ਕੇ ਕਹਿੰਦਾ, ਗੁੱਸੇ ਬਹੁਤ ਹੁੰਦਾ ਹੈ। ਉਹਨੂੰ ਜਾਂ ਤਾਂ ਕਿਸੇ ਨੇ ਮਾਰਿਆ ਬਿਨਾਂ ਮਤਲਬ ਦੇ, ਛੇੜਨ ਲਈ ਮਾਰਿਆ, ਜਾਂ ਫਿਰ ਕਿਸੇ ਨੂੰ ਉਹਨੂੰ ਕੁਝ ਕਿਹਾ, ਉਹਨੇ ਅੱਗੋਂ ਗਾਲ ਕੱਢੀ, ਕਿਸੇ ਨੇ ਬੀੜੀਆਂ ਪਲਾਣੀਆਂ ਉਹਨੂੰ ਸ਼ੁਰੂ ਕਰਤੀਆਂ। ਇਹ ਹਾਲ, ਇਹ ਸਾਡੀ ਸੋਸਾਇਟੀ ਦੀ ਨੀਸ਼ ਥਿੰਕਿੰਗ ਦਾ ਹਾਲ ਹੈ। ਬਹੁਤ ਬਹੁਤ ਦੁਖੀ ਹੈ ਮਾਂ, ਉਹਨਾਂ ਨੂੰ ਲੌਕ ਕਰਕੇ ਰੱਖਦੀ ਹੈ, ਸਟਿਚਿੰਗ ਕਰਦੀ ਹੈ ਮਾਂ।
ਤੇ ਉਹ ਅਜੇ ਤੱਕ ਇੱਥੇ ਵੀ ਨਹੀਂ ਆਉਣਾ ਸ਼ੁਰੂ ਕੀਤਾ ਉਹਨਾਂ ਨੇ, ਕਿਉਂਕਿ ਇੱਕ ਦੂਜੀ ਚੁਣੌਤੀ ਇਹ ਹੈ ਕਿ ਪੇਰੈਂਟਸ ਨਾ ਮਿਡਲ ਕਲਾਸ ਪੇਰੈਂਟਸ ਵੀ ਪੈਰੈਂਟ ਕੰਟਰੀਬਿਊਸ਼ਨ ਦੇਣ ਨੂੰ ਨਹੀਂ ਰਾਜੀ, ਪਤਾ ਨਹੀਂ ਉਹ ਵਰਥ ਇਟ ਨਹੀਂ ਸਮਝਦੇ ਆਪਣੇ ਇਸ ਕੰਮ ਲਈ ਆਪਣੇ ਬੱਚਿਆਂ ਨੂੰ ਪੈਰੈਂਟ ਕੰਟਰੀਬਿਊਸ਼ਨ। ਅਸੀਂ ਹਾਲਾਂਕਿ ਪਹਿਲਾ ਮਹੀਨਾ ਕੋਈ ਕੰਟਰੀਬਿਊਸ਼ਨ ਨਹੀਂ ਮੰਗਦੇ, ਅਸੀਂ ਕਹਿੰਦੇ ਪਹਿਲੇ ਟਰਾਈ ਕਰੋ, ਅਸੀਂ ਪੈਸੇ ਦੀ ਗੱਲ ਬਾਅਦ 'ਚ ਕਰਾਂਗੇ, ਔਰ ਕੰਟਰੀਬਿਊਸ਼ਨ ਵੀ ਸਾਡੀ ਘੱਟ ਹੀ ਹੈ, ਪਰ ਅਸੀਂ ਵੀ ਚਲਾਉਣਾ ਹੈ, ਅਸੀਂ ਵੀ ਬਿਲਸ ਦੇਣੇ, ਅਸੀਂ ਵੀ ਸੈਲਰੀਜ਼ ਪੇ ਕਰਨੀ ਹੈ। ਸੋ ਇੱਕ ਇਹ ਦੋ ਚੁਣੌਤੀਆਂ ਸੋਸਾਇਟੀ ਤੇ ਪੇਰੈਂਟਸ ਸਭ ਕਾਫੀ ਵੱਡੀ ਚੁਣੌਤੀ ਹੈ। ਸੋਸਾਇਟੀ ਤੇ ਪੇਰੈਂਟਸ ਮੈਂ ਬਹੁਤ ਵੱਡੀ ਚੁਣੌਤੀ ਰਹਿਣਗੇ ਵੀ, ਮੈਨੂੰ ਲੱਗਦਾ ਕਿ ਉਹ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਇਹ ਥੋੜਾ ਚੇਂਜ ਹੋਏਗਾ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਲੋਕ ਥੋੜੇ ਜ਼ਿਆਦਾ ਪੜ੍ਹੇ ਲਿਖੇ ਹੋਣਗੇ, ਲੋਕਾਂ ਨੂੰ ਸਮਝ ਆਏਗੀ ਕਿ ਕਿਸੇ ਬੰਦੇ ਨੂੰ ਕਿਵੇਂ ਬੁਲਾਉਣਾ ਵਾ, ਕਿਸੇ ਬੰਦੇ ਨੂੰ ਕਿਸ ਨਾਮ ਦੇ ਨਾਲ ਸਹੀ ਰਹੇਗਾ ਉਹਨੂੰ ਬੁਲਾਉਣਾ, ਉਹ ਬੰਦਾ ਤੁਹਾਡੀ ਗੱਲ ਤੋਂ ਕਿੰਨਾ ਮੈਂਟਲੀ ਟਾਰਚਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਵਾ। ਬਟ ਮੈਮ ਇੱਕ ਅਸੀਂ ਦੇਖਦੇ ਹਾਂ ਕਿ ਪੇਰੈਂਟਸ ਦੀ ਇੱਕ ਆ ਵੀ ਗੱਲ ਹੁੰਦੀ ਹੈ ਕਿ ਜਦੋਂ ਸਮਾਜ ਦੇ ਡਰ ਤੋਂ ਆਪ ਨਹੀਂ ਬਾਹਰ ਕਰਦੇ, ਪਰ ਕਈ ਪੇਰੈਂਟਸ ਐਸੇ ਵੀ ਹੈਗੇ ਨੇ ਕਿ ਉਹਨਾਂ ਨੂੰ ਸਮਾਜ ਦਾ ਡਰ ਨਹੀਂ ਹੈ, ਬਟ ਉਹ ਆਪਣੇ ਆਪ ਹੀ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਕਿ ਨਹੀਂ ਜੀ, ਉਹ ਸ਼ਾਇਦ ਮੈਨੂੰ ਲੱਗਦਾ ਕਿ ਉਹ ਖੁਦ ਹੀ ਜੋ ਸਮਾਜ ਨੇ ਉਹਦੇ ਬਾਰੇ ਸੋਚਣਾ ਕਿਸੇ ਬੱਚੇ ਬਾਰੇ, ਉਹ ਸ਼ਾਇਦ ਖੁਦ ਹੀ ਆਪਣੇ ਬੱਚੇ ਬਾਰੇ ਖੁਦ ਸੋਚ ਲੈਂਦੇ ਨੇ ਕਿ ਮੇਰਾ ਬੱਚਾ ਪਾਗਲ ਹੈ, ਮੈਂ ਨਹੀਂ ਬਾਹਰ ਭੇਜਣਾ, ਉਹਦੇ ਨਾਲ ਕੁਝ ਹੋ ਜਾਏਗਾ। ਬਟ ਜੋ ਮੈਨੂੰ ਲੱਗਦਾ ਕਿ ਅਗਰ ਤੁਸੀਂ ਥੋੜਾ ਸੀਨ ਦੱਸੋਗੇ ਕਿ ਉਹ ਉਹ ਵਾਲੇ ਜਿਹੜੇ ਮਾਪਿਓ ਨੇ, ਜਿਹੜੇ ਉਹ ਵਾਲੇ ਮਾਪਿਓ ਦਾ ਸਰਕਲ ਆ, ਉਹਨਾਂ ਨੂੰ ਕਿੱਦਾਂ ਮੋਟੀਵੇਟ ਕੀਤਾ ਜਾ ਸਕਦਾ, ਉਹਨਾਂ ਨੂੰ ਕਿੱਦਾਂ ਸਮਝਾਇਆ ਜਾ ਸਕਦਾ ਕਿ ਨਹੀਂ ਤੁਸੀਂ ਉਹਨਾਂ ਨੂੰ ਬਾਹਰ ਭੇਜੋ, ਤੁਸੀਂ ਖੁਦ ਉਹਨਾਂ ਦੇ ਨਾਲ ਬਾਹਰ ਆਓ, ਤੁਸੀਂ ਦੇਖੋ ਉਹ ਕਿੱਦਾਂ ਕੰਮ ਕਰਦੇ ਨੇ, ਬਾਹਰ ਆ ਕੇ ਉਹ ਕਿੱਦਾਂ ਰਿਐਕਟ ਕਰਦੇ ਨੇ। ਸ਼ਾਇਦ ਉਹ ਤਾਂ ਹੀ ਇਸ ਅੰਦਰੋਂ ਅੰਦਰੀ ਬੱਚੇ ਜਿਹੜੇ ਆ ਉਹ ਤਾਂ ਹੀ ਸ਼ਾਇਦ ਨਹੀਂ ਅੱਗੇ ਵੱਧ ਪਾ ਰਹੇ, ਕਿਉਂਕਿ ਤੁਸੀਂ ਉਹਨਾਂ ਨੂੰ ਇੱਕ ਕਮਰੇ 'ਚ ਰੱਖ ਰਹੇ ਹੋ, ਇੱਕ ਦਾਇਰੇ ਦੇ ਵਿੱਚ, ਇੱਕ ਡੱਬੇ ਦੇ ਵਿੱਚ ਰੱਖ ਰਹੇ ਹੋ, ਤੇ ਉਹ ਕਿੱਦਾਂ ਅੱਗੇ ਜਾ ਕੇ ਲੋਕਾਂ ਦੇ ਵਿੱਚ ਵਿਚਰਨਗੇ। ਤੇ ਤੁਸੀਂ ਦੱਸੋ ਕਿ ਇੱਦਾਂ ਦੇ ਮਾਪਿਆਂ ਨੂੰ ਅਸੀਂ ਕੀ ਸੇਧ ਦਈਏ, ਇੱਦਾਂ ਦੇ ਮਾਪਿਆਂ ਨੂੰ ਅਸੀਂ ਕਿਸ ਤਰ੍ਹਾਂ ਮੋਟੀਵੇਟ ਕਰੀਏ ਕਿ ਉਹ ਖੁਦ ਆ ਕੇ ਆਪਣੇ ਬੱਚਿਆਂ ਨੂੰ ਤੁਹਾਡੇ ਕੋਲ ਲੈ ਕੇ ਆਉਣ। ਬਹੁਤ ਖੂਬਸੂਰਤ ਸਵਾਲ ਇੱਕ ਹੋਰ ਤੁਸੀਂ ਜਿਹੜਾ ਪੋਸਟ ਕੀਤਾ, apar.org, apar.org, ਇਹ ਵੈਬਸਾਈਟ ਤੇ ਜਾ ਕੇ ਬਲੌਗਸ ਤੋਂ ਕਲਿੱਕ ਕਰੋ ਤੇ ਉੱਥੇ ਅਸੀਂ ਕਹਾਣੀਆਂ ਲਿਖੀਆਂ ਹੋਈਆਂ। ਇਹ ਬੱਚਾ ਪਹਿਲਾਂ ਇਹ ਕਰਦਾ ਸੀ, ਇਹਦੇ ਮਦਰ ਕਦੀ ਕਿਸੇ ਬਾਹਰ ਲੈ ਕੇ ਨਹੀਂ ਜਾਂਦੇ ਸੀ, ਹੁਣ ਇਹ ਹਿਲ ਸਟੇਸ਼ਨ ਘੁੰਮ ਕੇ ਆਇਆ, ਭੈਣ ਰੋਂਦੀ ਸੀ ਬੱਚੇ ਬਾਕੀ ਹਿਲ ਸਟੇਸ਼ਨ ਜਾਂਦੇ ਨੇ, ਮੈਂ ਕਿਉਂ ਨਹੀਂ ਜਾਂਦੀ, ਕਿਉਂਕਿ ਨਵਜੋਤ ਨੂੰ ਨਹੀਂ ਨਾਲ ਲੈ ਕੇ ਜਾ ਸਕਦੇ। ਤੇ ਹੁਣ ਤਾਂ ਉਹ ਉਹਨਾਂ ਨੂੰ ਘੁੰਮਣ ਜਾਂਦਾ ਹੈ, ਰੈਸਟੋਰੈਂਟਸ 'ਚ ਜਾ ਕੇ ਬੈਠਦਾ ਹੈ, ਪਹਿਲਾਂ ਉਹਨਾਂ ਨੂੰ ਡਰ ਸੀਗਾ, ਆਵਾਜ਼ਾਂ ਕੱਢਦਾ ਹੈ ਜੋ ਵੀ। ਤੇ ਤੁਸੀਂ ਬਸ ਬਲੌਗ ਉੱਥੇ ਜਾ ਕੇ ਐਗਜ਼ਾਮਪਲਸ ਦੇਖੋ ਤੇ ਇੱਥੇ ਵਿਜ਼ਿਟ ਕਰੋ ਸਾਨੂੰ ਪਾਰ ਵਿੱਚ। ਜੀ ਤਾਂ ਜਿਹੜੇ ਵੀ ਸਾਡੇ ਦੁਆਬਾ ਦੇ ਵਿੱਚ ਜਿਹੜੇ ਵੀ ਆਸੇ-ਪਾਸੇ ਲੋਕ ਹੈਗੇ ਨੇ ਜਿਨ੍ਹਾਂ ਦੇ ਬੱਚੇ ਇਸ ਤਰ੍ਹਾਂ ਦੀ ਬੌਧਿਕਤਾ ਦੇ ਨਾਲ ਜੂਝ ਰਹੇ ਨੇ, ਉਹਨਾਂ ਨੂੰ ਅੱਗੇ ਦਰਖਾਸਤ ਆ ਕਿ ਇੱਕ ਵਾਰ ਅਪਾਰ NGO ਆ ਕੇ ਪਿਮਸ ਦੇ ਹਸਪੀਟਲ 4th ਫਲੋਰ ਦੇ ਉੱਪਰ ਆ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ, ਦੇਖਣ ਕਿ ਕਿਸ ਤਰ੍ਹਾਂ ਇੱਥੇ ਕੰਮ ਹੋ ਰਿਹਾ ਹੈ। ਤੇ ਮੈਮ ਮੈਨੂੰ ਤੁਸੀਂ ਇਹ ਦੱਸੋ ਕਿ ਚਲੋ ਜੇ ਇਹ ਤਾਂ ਹੋ ਗਈਆਂ ਥੋੜ੍ਹੀਆਂ ਆਪਣੀਆਂ ਸਮਾਜਿਕ ਪ੍ਰੋਬਲਮ ਹੋ ਗਈਆਂ, ਘਰੇਲੂ ਪ੍ਰੋਬਲਮਸ ਹੋ ਗਈਆਂ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ, ਕੁਝ ਜਿਵੇਂ ਪੋਲੀਟੀਕਲ ਪ੍ਰੋਬਲਮ ਜਾਂ ਤੁਹਾਨੂੰ ਕਿਸੇ ਹੋਰ ਸੰਸਥਾ ਦਾ ਸਾਥ। ਅਸੀਂ ਨੈਸ਼ਨਲ ਟਰਸਟ ਨਾਲ ਐਫੀਲੀਏਟਡ ਐਂਡ ਦਿੱਲੀ 'ਚ ਜਿਹੜਾ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਨਵਾਇਰਨਮੈਂਟ ਰਜਿਸਟਰਡ ਆ, ਤੇ ਉਸ ਲਈ ਸਾਨੂੰ ਹੈਲਥ ਇੰਸ਼ੋਰੈਂਸ ਸਕੀਮ ਹੈਗੀ ਹੈ, ਨਿਰਮਾਇਆ ਸਕੀਮ। ਉਹ ਬਹੁਤ 1.5 ਲੱਖ ਤੱਕ ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲਦੀ ਹੈ, ਬਹੁਤ ਘੱਟ ਉਹਦਾ ਪੇਮੈਂਟ ਕਰਨੀ ਪੈਂਦੀ ਹੈ, ਸਪੈਸ਼ਲੀ ਬਿਲੋ ਪਾਵਰਟੀ ਲਾਈਨ ਵਾਲਿਆਂ ਨਾਲ। ਉਹਦੀ ਅਸੀਂ ਹੈਲਪ ਕਰ ਰਹੇ ਹਾਂ, ਸਿਰਫ ਆਪਣੇ ਕਲਾਇੰਟਸ ਦੀ ਨਹੀਂ, ਆਪਣੇ CBR ਕਲਾਇੰਟ ਜਿਹੜੇ ਸਾਡੇ 25-30 ਬਾਹਰ ਪਿੰਡਾਂ 'ਚ ਹੈਗੇ ਨੇ। ਸਾਡਾ ਰੂਰਲ ਬ੍ਰਾਂਚ ਵੀ ਹੈਗਾ ਹੈ ਭੋਜੋਵਾਲ ਵਿੱਚ ਇੱਕ, ਉੱਥੇ ਬਹੁਤ ਜ਼ਿਆਦਾ ਚੈਲੰਜ ਫੇਸ ਕਰਨੇ ਪੈ ਰਹੇ ਨੇ, ਆਲਮੋਸਟ ਬੰਦ ਕਰਨ ਵਾਲੇ ਆ, ਕਿਉਂਕਿ ਤੁਸੀਂ ਅਰਬਨ ਜਲੰਧਰ ਦਾ ਮੈਂ ਤੁਹਾਨੂੰ ਦੱਸਦਾ ਸਾਡੀਆਂ ਇੰਨੀਆਂ ਚੁਣੌਤੀਆਂ, ਤੇ ਤੁਸੀਂ ਰੂਰਲ ਤਾਂ ਇਮੈਜਿਨ ਕਰ ਲਓ। ਪਰ ਜਿਹੜਾ ਤੁਸੀਂ ਗੱਲ ਕੀ ਚੱਲੀ ਸੀਗੀ, ਜਿਹੜੀ ਗਵਰਨਮੈਂਟ ਗ੍ਰਾਂਟ ਸਾਡੇ ਕੋਲ ਕੋਈ ਨਹੀਂ ਹੈ, ਪਰ ਸਾਡੀ ਐਫੀਲੀਏਸ਼ਨ ਨੈਸ਼ਨਲ ਟਰਸਟ ਨਾਲ ਹੈ, ਤੇ ਉਹਦੇ ਨਾਲ ਫਿਰ ਇਹ ਹੈਲਥ ਇੰਸ਼ੋਰੈਂਸ ਸਕੀਮ ਦੇ ਬਾਰੇ ਮੈਂ ਤੁਹਾਨੂੰ ਦੱਸਦਾ। ਤੇ ਦੂਜਾ ਸਾਨੂੰ ਬਿਕੋਜ਼ ਆਫ ਸਾਨੂੰ ਨੈਸ਼ਨਲ ਟਰਸਟ ਨਾਲ ਐਫੀਲੀਏਸ਼ਨ ਦੇ ਕਾਰਨ ਤਰਨਤਾਰਨ ਡਿਸਟ੍ਰਿਕਟ ਦੇ ਲੋਕਲ ਗਾਰਡੀਅਨਸ਼ਿਪ ਕਮੇਟੀ 'ਚ ਹੈਗੇ ਹਾਂ ਅਸੀਂ DC ਦੇ ਨਾਲ, ਕਿਉਂਕਿ ਉਹਦੇ ਕੋਈ NGO ਨਹੀਂ ਸੀਗਾ ਨੈਸ਼ਨਲ ਟਰਸਟ ਨਾਲ ਰਜਿਸਟਰਡ। ਤੇ ਉੱਥੇ ਜਿਹੜੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਚਲੇ ਜਾਂਦੇ ਨੇ, ਉਹ ਕਿਸੇ ਨੂੰ ਲੀਗਲ ਗਾਰਡੀਅਨ ਅਪਾਇੰਟ ਕੀਤੇ ਬਿਨਾਂ ਉਹਨਾਂ ਨੂੰ ਸਾਰੇ ਪੇਰੈਂਟਸ ਨੂੰ ਦਰਖਾਸਤ ਹੈ, ਜੇ ਤੁਹਾਡੇ ਕੋਲ ਕੋਈ ਸਪੈਸ਼ਲ ਬੱਚੇ ਨੇ ਜਾਂ ਇੰਟੈਲੈਕਚੁਅਲੀ ਡਿਸੇਬਲ, ਤੁਸੀਂ ਕੋਈ ਲੀਗਲ ਗਾਰਡੀਅਨ ਜਿਸ ਬੱਚੇ ਤੇ ਜਾਂ ਆਪਣੇ ਭੈਣ ਭਰਾ ਤੇ ਤੁਹਾਨੂੰ ਜਾਂ ਭਤੀਜੇ ਭਾਂਜੀ ਤੇ ਵਿਸ਼ਵਾਸ ਹੈ ਕਿ ਉਹਦਾ ਧਿਆਨ ਰੱਖਣਗੇ, ਔਰ ਲੀਗਲ ਗਾਰਡੀਅਨਸ਼ਿਪ ਜ਼ਰੂਰ ਬਣਾਓ। ਤੇ ਅਸੀਂ ਉਸ ਲੀਗਲ ਗਾਰਡੀਅਨਸ਼ਿਪ ਕਮੇਟੀ 'ਚ ਬੈਠਦੇ ਹਾਂ। ਇੱਥੇ ਇੱਕ ਹੋਰ ਸੰਸਥਾ ਹੈਗੀ ਹੈ ਨੈਸ਼ਨਲ ਟਰਸਟ ਨਾਲ ਰਜਿਸਟਰਡ, ਉਹ ਲੀਗਲ ਗਾਰਡੀਅਨਸ਼ਿਪ ਦਾ ਦੇਖਦੇ ਨੇ। ਤੇ ਮੈਮ ਇੱਕ ਨਾ ਬੜੀ ਹੀ ਮਿੱਥ ਬਣੀ ਹੈ, ਚਲੋ ਤੁਸੀਂ ਮਿੱਥ ਕਹਿ ਲਓ ਜਾਂ ਸ਼ਾਇਦ ਕਹਿੰਦੇ ਆ ਕਿ ਮਿੱਥ ਵੀ ਕੁਝ ਘਟਨਾਵਾਂ ਨੂੰ ਦੇਖ ਕੇ ਹੀ ਬਣਦੀ ਹੈ, ਕੁਝ ਵੀ ਅਗਰ ਹੁੰਦਾ ਵਾ ਤਾਂ ਕੁਝ ਘਟਨਾਵਾਂ ਨੂੰ ਦੇਖ ਕੇ ਹੀ ਕੋਈ ਮਿੱਥ ਬਣਾਈ ਜਾਂਦੀ ਹੈ ਕਿ ਜਿਹੜੇ NGOs ਪ੍ਰੋਪਰ ਜਿਹੜੇ NGOs ਨੇ, ਉਹ ਜੀ ਉਹ NGOs ਬਣਿਆ ਜੀ ਪੈਸਾ ਖਾਣ ਲਈ। ਹਰ ਇੱਕ NGO ਨੂੰ ਲੈ ਕੇ ਗਲਤ ਭਾਵਨਾ ਇੱਕ ਬਣਾ ਲੈਂਦੇ ਨੇ ਆਪਣੀ। ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇੱਦਾਂ ਦੀ ਮਾਨਸਿਕਤਾ ਵਾਲੇ ਲੋਕਾਂ ਤੁਸੀਂ ਕੀ ਹੋਗੇ, ਤੁਸੀਂ ਜਾਂ ਫਿਰ ਉਹਨਾਂ ਨੂੰ ਕਿੱਦਾਂ ਟੈਕਲ ਕੀਤਾ ਜਾ ਸਕਦਾ? ਤੁਸੀਂ ਓਬਵੀਅਸ ਆ ਕਿ ਤੁਸੀਂ ਇੱਦਾਂ ਦੇ ਅੱਜ ਤੋਂ 9-10 ਸਾਲ ਦਾ ਆਪਣਾ ਜਿਹੜਾ ਅਪਾਰ NGO ਚਲਾ ਰਹੇ ਹੋ, ਤੇ ਸ਼ਾਇਦ ਤੁਸੀਂ ਇੱਦਾਂ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਟੈਕਲ ਕੀਤਾ ਹੋਏਗਾ, ਇੱਦਾਂ ਦੇ ਲੋਕ ਤੁਹਾਡੇ ਕੋਲ ਬਹੁਤ ਆਏ ਹੋਣਗੇ ਜਾਂ
ਕਹਿਣ ਵਾਲੇ ਵੀ ਬਹੁਤ ਹੋਣਗੇ, ਤੇ ਤੁਸੀਂ ਇਦਾਂ ਲੋਕਾਂ ਨੂੰ ਕਿਵੇਂ ਟੈਕਲ ਕਰਦੇ ਹੋ? ਉਹ ਸਾਨੂੰ ਸਿੱਧਾ ਨਹੀਂ ਕਹਿੰਦੇ, ਪਰ ਸਾਡੇ ਕੋਲ ਫੋਰਨ ਕੰਟਰੀਬਿਊਸ਼ਨ ਰਜਿਸਟ੍ਰੇਸ਼ਨ ਐਕਟ ਸਾਡੇ ਕੋਲ FCRA ਨਹੀਂ ਹੈਗਾ। ਅਸੀਂ ਬਾਹਰ ਦਾ ਕੋਈ ਪੈਸਾ ਲੈ ਹੀ ਨਹੀਂ ਸਕਦੇ, ਇਲੀਗਲ ਹੈ, ਤੇ ਅਸੀਂ ਨਹੀਂ ਲੈਂਦੇ। ਪਰ ਕਈ NGOs ਪੰਜਾਬ 'ਚ ਉਹਨਾਂ ਨੂੰ FCRA ਬਾਰੇ ਜਾਂ ਤਾਂ ਪਤਾ ਨਹੀਂ ਆ, ਉਹਨੂੰ ਇਗਨੋਰ ਕਰਦੇ ਨੇ, ਤੇ ਉਹ NRI ਉਹਨਾਂ ਨੂੰ 50,000 ਕੈਸ਼ ਫੜਾਉਣ ਨੂੰ ਲੈ ਲੈਣਗੇ। ਅਸੀਂ 3,000 ਤੋਂ ਜ਼ਿਆਦਾ ਇੱਕ ਬੰਦਾ 2,000 ਤੋਂ ਜ਼ਿਆਦਾ ਇੱਕ ਬੰਦਾ ਕੰਟਰੀਬਿਊਟਰ ਇਸ ਸਾਲ 'ਚ ਕੈਸ਼ ਦੇ ਹੀ ਨਹੀਂ ਸਕਦਾ ਸਾਨੂੰ, ਕਿਉਂਕਿ ਸਾਡੇ CA ਦਿੱਲੀ 'ਚ ਬੈਠੇ ਨੇ, ਇੰਟਰਨੈਸ਼ਨਲ NGOs ਨਾਲ ਕੰਮ ਕਰਦੇ ਨੇ, ਟੋਟਲੀ ਲੀਗਲ ਕੰਮ ਹੈ, ਕੰਮ ਕਰੀਦਾ। ਤੇ ਉਹਨਾਂ ਨੂੰ ਅਸੀਂ ਲੋਕਾਂ ਦੀ ਧਾਰਨਾਵਾਂ ਨਹੀਂ ਚੇਂਜ ਕਰ ਸਕਦੇ। ਤੁਸੀਂ ਸਾਨੂੰ ਵਿਜ਼ਿਟ ਕਰੋ ਤੇ ਆਪ ਦੇਖੋ। ਤੇ ਹੁਣ ਤਾਂ ਸਾਡੇ 'ਚ ਕਾਫੀ ਵਿਸ਼ਵਾਸ ਗਵਰਨਮੈਂਟ ਏਜੰਸੀਜ਼ ਨੂੰ ਵੀ, DC ਸਾਹਿਬ ਵੀ ਸਾਨੂੰ ਮਿਲਦੇ ਨੇ, ਸਿਵਲ ਹਸਪੀਟਲ ਦੇ ਡਾਕਟਰ ਅਬੇ ਰਾਜ, ਉਹ ਸਾਡੇ ਨਾਲ ਟ੍ਰੇਨਿੰਗ ਕਰ ਰਹੇ ਨੇ ਕੇਅਰ ਹੋਮ ਦੀ, ਸਾਡੀ ਕੋਲੈਬੋਰੇਸ਼ਨ ਹੈ। ਤੇ ਜਿਹੜੇ ਬੁੱਧੀਜੀਵੀ ਨੇ, ਇੰਟੈਲੈਕਚੁਅਲਸ ਨੇ ਸ਼ਹਿਰ ਦੇ, ਉਹਨਾਂ ਨੂੰ ਸਾਡੇ ਬਾਰੇ ਪਤਾ ਹੈ। ਬਾਕੀ ਹੁਣ ਦੇਖੀ ਸਾਨੂੰ ਐਗਜ਼ਾਮਪਲ ਨਹੀਂ ਸੈੱਟ ਕਰ ਸਕਦੇ। ਸਾਨੂੰ ਆਸ਼ਾ ਹੈ ਕਿ ਜਲਦੀ ਹੀ ਲੋਕਾਂ ਨੂੰ ਤੁਹਾਡੇ ਬਾਰੇ ਜ਼ਰੂਰ ਪਤਾ ਲੱਗੇਗਾ। ਜਿਹੜੇ ਲੋਕ ਨਹੀਂ ਜਾਣਦੇ ਜਾਂ ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਇਹਨਾਂ ਸੰਸਥਾ ਦੇ ਵਿੱਚ ਨਹੀਂ ਭੇਜਣਾ ਚਾਹੁੰਦੇ, ਉਹਨਾਂ ਨੂੰ ਵੀ ਜ਼ਰੂਰ ਪਤਾ ਲੱਗੇਗਾ। ਮੈਂ ਇੱਕ ਹੋਰ ਬੜੀ ਛੋਟੀ ਜਿਹੀ ਗੱਲ ਹੈ ਕਿ ਜਿਹੜੇ ਤੁਸੀਂ ਬੱਚਿਆਂ ਦਾ ਇੱਥੇ ਟ੍ਰੀਟਮੈਂਟ ਕਰਦੇ ਹੋ, ਟ੍ਰੀਟਮੈਂਟ ਕਹਿ ਸਕਦੇ ਅਸੀਂ ਉਹਨਾਂ ਨੂੰ, ਕਿ ਤੁਸੀਂ ਬੱਚਿਆਂ ਦਾ ਟ੍ਰੀਟਮੈਂਟ ਕਰਦੇ ਹੋ, ਉਹ ਟ੍ਰੀਟਮੈਂਟ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਵਾ? ਬੱਚੇ ਦੀ ਟ੍ਰੀਟਮੈਂਟ ਦੀ ਸ਼ੁਰੂਆਤ ਕਿੱਥੋਂ ਕੀਤੀ ਜਾਂਦੀ ਹੈ? ਬਲਕਿ ਸਭ ਤੋਂ ਪਹਿਲੇ ਬੇਸਿਕ ਸਟੈਪ ਉਸ ਬੱਚੇ ਨੂੰ ਕੁਝ ਵੀ ਸਿਖਾਉਣ ਦਾ ਕੀ ਹੁੰਦਾ ਵਾ, ਤੇ ਉਹ ਐਂਡ ਪੀਕ ਤੱਕ ਕਿਸ ਪੀਕ ਤੱਕ ਜਾ ਸਕਦਾ ਵਾ? ਤੇ ਹਾਂਜੀ, ਉਹ ਨਾ ਅਸੀਂ ਹਰ ਬੱਚੇ ਦੀ ਇੰਡੀਵਿਜੂਅਲ ਇਵੈਲੂਏਸ਼ਨ ਹੁੰਦੀ ਹੈ, ਪਹਿਲਾਂ ਡਾਇਗਨੋਸਿਸ ਹੁੰਦੀ ਹੈ। ਅਸੀਂ ਸਾਈਕੈਟਰੀ ਡਿਪਾਰਟਮੈਂਟ ਦੇ ਨਾਲ ਕੋਲੈਬੋਰੇਟ ਕਰਦੇ ਹਾਂ। ਮੈਂ ਖੁਦ ਵੀ MD ਮੈਡੀਸਨ ਹੈ, ਮੈਂ ਵੀ ਕਾਫੀ ਟ੍ਰੇਨਡ ਹੈ, ਪਰ ਅਸੀਂ ਡਾਇਗਨੋਸਿਸ ਸਾਈਕੈਟਰੀ ਦੀ ਜਿਹੜੀ ਹੋਈ ਹੈ ਉਹਨੂੰ ਦੇਖ ਕੇ ਉਸ ਹਿਸਾਬ ਨਾਲ ਟੇਲਰ ਕਰਾਂਗੇ। ਜਿਨ੍ਹਾਂ ਨੂੰ ਆਟਿਜ਼ਮ ਦੀ ਡਾਇਗਨੋਸਿਸ ਹੈ, ਉਹਨਾਂ ਨੂੰ ਪੜ੍ਹਾਉਣ ਦਾ ਜਾਂ ਕਮਿਊਨੀਕੇਟ ਕਰਨ ਦਾ ਹੋਰ ਤਰੀਕਾ ਹੈ। ਜਿਹੜੇ ਕਈ ਬੋਲ ਸਕਦੇ ਨੇ, ਕਈ ਨਹੀਂ ਬੋਲ ਸਕਦੇ। ਬਿਹੇਵੀਅਰਲ ਐਬਨੋਰਮੈਲਿਟੀਜ਼, ਤੁਸੀਂ ਸੋਚ ਲਓ ਕਿ ਤੁਹਾਨੂੰ ਸਾਰੀ ਉਮਰ ਸੈਕਿੰਡ ਹੈਂਡ ਸਿਟੀਜ਼ਨ ਵਾਂਗੂ ਟ੍ਰੀਟ ਕੀਤਾ ਗਿਆ, ਸੈਕਿੰਡ ਕਲਾਸ ਸਿਟੀਜ਼ਨ ਵਾਂਗੂ। ਈਵਨ ਤੁਹਾਡੀ ਫੈਮਿਲੀ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਸਾਡੇ ਰਿਸ਼ਤੇਦਾਰ ਆ ਕੇ ਮੇਰੇ ਬ੍ਰਦਰ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦੇ ਸੀਗੇ, ਬਰਥਡੇ ਪਾਰਟੀ 'ਚ ਇਨਵਾਈਟ ਕਰਦੇ ਸੀ। ਉਹਨਾਂ ਨੂੰ ਕਿੰਨਾ ਉਹਨਾਂ 'ਚ ਇਸ ਗੱਲ ਦੀ ਗੁੱਸੇ 'ਚ ਇੰਨਾ ਜ਼ਿਆਦਾ ਉਹਨਾਂ ਦੀ ਮਾਨਸਿਕਤਾ ਚੇਂਜ ਹੋ ਜਾਂਦੀ ਹੈ। ਉਹਨੂੰ ਅਸੀਂ ਕਹਿੰਦੇ ਬਿਹੇਵੀਅਰਲ ਡਿਸਆਰਡਰ। ਉਹ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਉਹ ਹਿੱਟ ਕਿਸੇ ਨੂੰ, ਬਹੁਤ ਘੱਟ ਨੇ ਜਿਹੜੇ ਕਿਸੇ ਨੂੰ ਹਿੱਟ ਕਰਦੇ ਨੇ, ਯੂਜੂਅਲੀ ਸੈਲਫ ਹਾਰਮ, ਆਪਣੇ ਆਪ ਨੂੰ ਹਿੱਟ ਕਰਦੇ ਨੇ। ਉਹ ਸਾਡੇ ਕੋਲ ਅਸੀਂ ਟ੍ਰੇਨਿੰਗ, ਸਾਡੀ ਇੱਕ ਹੋਲੈਂਡ ਬਲੂਵਿਊ ਸੈਂਟਰ ਹੈਗਾ ਕੈਨੇਡਾ ਦਾ, ਬੜਾ ਚੰਗਾ ਟੀਚਿੰਗ ਸੈਂਟਰ ਹੈ ਆਟਿਜ਼ਮ ਦੀ ਟ੍ਰੇਨਿੰਗ ਲਈ। ਅਸੀਂ ਉਹਦੀਆਂ ਰੈਗੂਲਰਲੀ ਵਰਕਸ਼ਾਪਸ ਅਟੈਂਡ ਕਰਦੇ ਹਾਂ। ਮੇਰਾ ਅਮਰੀਕਾ, ਕਿਉਂਕਿ ਮੈਂ USA 'ਚ ਬੇਸਡ ਹਾਂ, ਉੱਥੇ ਵੀ ਮੈਂ ਵੀ ਟ੍ਰੇਨਿੰਗ ਜਦੋਂ ਮਿਲ ਸਕਦੀ ਹੈ ਲੈਣੀ ਹੈ, ਕਿਉਂਕਿ ਇਹ ਮੇਰਾ ਬੇਸਿਕ ਫੀਲਡ ਨਹੀਂ ਹੈਗਾ। ਤੇ ਅਸੀਂ ਉੱਥੋਂ ਇਸ ਅਸੈਸਮੈਂਟ ਤੋਂ ਸ਼ੁਰੂ ਕਰਦੇ ਹਾਂ ਕਿ ਉਹਨਾਂ ਦਾ ਬਿਹੇਵੀਅਰ ਕਿਵੇਂ ਸਭ ਤੋਂ ਪਹਿਲਾਂ ਮੋਡੀਫਾਈ ਕਰ ਸਕਦੇ ਹਾਂ, ਤਾਂ ਕਿ ਉਹਦੇ ਨਾਲ ਪਹਿਲਾਂ ਐਕਸੈਪਟੈਂਸ ਹੋਏਗੀ ਫੈਮਿਲੀ ਵਿੱਚ। ਫਿਰ ਫੈਮਿਲੀ ਦੇ ਨਾਲ ਮਿਲ ਕੇ ਗੋਲਸ ਬਣਾਈ ਦੇ ਨੇ ਅਗਲੇ 3 ਮਹੀਨੇ ਦੇ। ਉਹ ਜਿਹੜੀ ਮੈਂ ਮੀਟਿੰਗ ਬਾਰੇ ਦੱਸ ਰਹੀ ਸੀਗੀ, ਉਹ ਫਿਰ ਅਸੀਂ ਐਵਰੀ 3 ਮੰਥਸ ਗੋਲ ਸੈਟਿੰਗ ਕਰਦੇ ਹਾਂ, ਤੇ ਉਹਨੂੰ ਦੇਖਦੇ ਹਾਂ ਕਿੰਨੇ % ਗੋਲ ਅਚੀਵ ਹੋ ਗਿਆ। ਕੋਈ ਕਹੇਗਾ ਸ਼ੂਜ਼ ਟਾਈ ਕਰਨੇ ਆਉਣੇ ਚਾਹੀਦੇ ਮੇਰੇ ਬੇਟੇ ਨੂੰ, ਕੋਈ ਕਹਿੰਦਾ ਉਹਨੂੰ ਸਿੱਧੀ ਸ਼ਰਟ ਨਹੀਂ ਪਾਣੀ ਆਉਂਦੀ, ਕੋਈ ਕਹਿੰਦਾ ਜਦੋਂ ਖਾਣਾ ਤੇ ਖਾਂਦਾ ਹੈ ਤੇ ਟੇਬਲ ਗੰਦਾ ਹੋ ਜਾਂਦਾ ਹੈ। ਉਹ ਸਾਰੇ ਗੋਲਸ ਪੇਰੈਂਟਸ ਸਾਨੂੰ 2 ਗੋਲਸ ਦੱਸ ਦਿੰਦੇ ਨੇ, ਉਹ ਅਗਲੇ 3 ਮਹੀਨੇ ਉਹਨਾਂ ਤੇ ਕੰਮ ਕਰਦੇ ਹਾਂ। ਓਕੇ, ਮਤਲਬ ਕਿ ਪੇਰੈਂਟਸ ਸਾਨੂੰ ਦੱਸਦੇ ਨੇ ਕਿ ਸਾਨੂੰ ਪਹਿਲੇ ਇਹ ਪ੍ਰੋਬਲਮ ਦਾ ਸੋਲੂਸ਼ਨ ਚਾਹੀਦਾ ਵਾ, ਕਿ ਸਾਡੇ ਬੱਚੇ ਨੂੰ ਪਹਿਲੇ ਇਹ ਬੇਸਿਕ ਚੀਜ਼ ਸਾਡੀ ਕਲੀਅਰ ਕਰਵਾਓ, ਫਿਰ ਤੁਸੀਂ ਉਸ ਬੇਸਿਕ ਚੀਜ਼ ਤੇ ਕੰਮ ਕਰਨਾ ਸ਼ੁਰੂ ਕਰਦੇ ਹੋ। ਹਾਂਜੀ, ਤੇ ਪ੍ਰੋਪਰ ਸਟਾਫ, ਪ੍ਰੋਪਰ ਸਾਡੇ ਕੋਲ 3 ਸਪੈਸ਼ਲ ਐਜੂਕੇਟਰਸ ਨੇ ਇੱਥੇ, ਮੈਨੇਜਰ ਸਾਹਿਬ ਵੀ, ਸੀਨੀਅਰ ਸਪੈਸ਼ਲ ਐਜੂਕੇਟਰ ਤੇ ਰੂਰਲ ਕੋਆਰਡੀਨੇਟਰ ਨੇ। ਸਾਨੂੰ MSW ਦੀ ਬਹੁਤ ਪ੍ਰੋਬਲਮ ਹੈ, ਹਿਊਮਨ ਰਿਸੋਰਸਿਸ ਬਹੁਤ ਵੱਡਾ ਚੈਲੰਜ ਹੈ। ਮਾਸਟਰਸ ਇਨ ਸੋਸ਼ਲ ਵਰਕ, ਉਹ ਪੰਜਾਬ GNDU 'ਚ ਹੁਣ ਸ਼ੁਰੂ ਹੋਇਆ। ਪੰਜਾਬੀ ਯੂਨੀਵਰਸਿਟੀ ਤੋਂ ਅਸੀਂ ਬਹੁਤ ਸਾਲਾਂ ਦੇ ਸਟਰਗਲ ਕਰ ਰਹੇ ਹਾਂ। ਲੋਕਲ ਹੀ ਰਹਿਣਾ ਚਾਹੁੰਦੇ ਨੇ, ਪਟਿਆਲੇ ਮੋਹਾਲੀ ਜੌਬਸ ਲੈਣਾ ਕਰਨਾ ਚਾਹੁੰਦੇ ਨੇ। MSW ਨਹੀਂ ਮਿਲੇ ਸਾਨੂੰ, 2 ਟਰਾਈ ਕੀਤੇ ਸੀ, ਚੱਲਿਆ ਨਹੀਂ ਕੰਮ। ਇਟ ਇਜ਼ ਜਸਟ ਵੈਰੀ ਹਾਰਡ ਟੂ ਫੰਕਸ਼ਨ ਵਿਦਆਊਟ ਐਨ MSW। ਸੋ ਸਾਡੇ ਮੈਨੇਜਰ ਸਾਹਿਬ ਰਾਜਨ ਸਰ ਰੂਰਲ ਕੋਆਰਡੀਨੇਟਰ ਨੇ। MSW ਦੀ ਸਾਡੇ ਕੋਲ ਹੈ ਨਹੀਂ ਅਜੇ ਤੱਕ, ਖਾਲੀ ਪੋਜੀਸ਼ਨ ਪਈ ਹੈ 4 ਸਾਲਾਂ ਦੀ, ਪਰ ਅਸੀਂ ਆਪਣਾ ਬੈਸਟ ਕਰ ਰਹੇ ਹਾਂ। ਤਦੇ ਤੁਹਾਨੂੰ ਸਾਡੇ ਬਾਰੇ ਸ਼ਾਇਦ ਸੁਣਿਆ ਨਹੀਂ ਹੋਣਾ, ਕਿਉਂਕਿ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪੇਰੈਂਟਸ ਤੇ ਸੁਸਾਇਟੀ ਨਾਲ ਜੂਝਣਾ ਤੇ ਆਪਣੇ ਫੰਡਸ ਰੱਖਣਾ ਤੇ ਉਹ ਸਾਰਾ, ਤੇ ਇਸ ਲਈ ਅਪਾਰ ਇੰਨਾ ਮੈਨੂੰ ਲੱਗਦਾ ਹੈ ਗੂਗਲ ਸਰਚ ਵੀ ਸੀ ਇੰਨੇ ਉੱਤੇ ਨਹੀਂ ਹੈਗੇ, ਬਟ ਇਟਸ ਅ ਵਰਲਡ ਕਲਾਸ ਆਰਗੇਨਾਈਜੇਸ਼ਨ। ਆਈ ਇਨਕਰੇਜ ਯੂ ਟੂ ਗੋ ਟੂ ਆਵਰ ਵੈਬਸਾਈਟ ਐਂਡ ਲੁੱਕ ਐਟ ਇਟ। ਹਾਂਜੀ, ਜਿਹੜੇ ਬੱਚੇ ਇੱਥੇ ਤੁਹਾਡੇ ਕੋਲ ਟ੍ਰੀਟਮੈਂਟ ਲੈ ਰਹੇ ਨੇ, ਤੁਸੀਂ ਕੁਝ ਤੁਹਾਡੇ ਐਸੇ ਬੱਚੇ ਵੀ ਹੋਣਗੇ ਜਿਹੜੇ ਪ੍ਰੋਪਰ ਠੀਕ ਨਹੀਂ ਕਹਿ ਸਕਦੇ ਕਿ ਪਰ ਡਿਫਰੈਂਟ ਵੇਰਿੰਗ ਲੈਵਲ ਆਫ ਫੰਕਸ਼ਨੈਲਿਟੀ, ਤੁਸੀਂ ਉਸ ਚੀਜ਼ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੋਏਗਾ ਉਹਨਾਂ ਨੇ ਵੀ। ਕਈਆਂ ਦੇ ਮਾਪਿਓ ਵੀ ਹੋਣਗੇ ਜਿਹੜੇ ਖੁਦ ਕਹਿੰਦੇ ਹੋਣਗੇ ਤੁਹਾਡੇ ਕੋਲ ਆ ਕੇ ਕਿ ਨਹੀਂ ਸਾਡਾ ਬੱਚਾ ਅਸੀਂ ਸੋਚਿਆ ਹੀ ਨਹੀਂ ਸੀ ਕਦੀ ਇੱਦਾਂ ਦਾ ਹੋ ਸਕਦਾ ਹੈ, ਪਰ ਤੁਸੀਂ ਉਹਨੂੰ ਇੱਦਾਂ ਦਾ ਬਣਾ ਕੇ ਦਿੱਤਾ ਹੈ। ਕੁਝ ਇੱਦਾਂ ਦੇ ਬੱਚੇ ਵੀ ਤੁਹਾਡੇ ਨਾਲ ਹੋਣਗੇ ਜੁੜੇ? ਹਾਂਜੀ, ਉਹੀ ਜੇ ਮੈਂ ਇਨਕਰੇਜ ਕਰ ਰਹੀ ਸੀ, ਤੁਸੀਂ ਬਲੌਗਸ ਪੜ੍ਹ ਕੇ ਸਾਡੇ ਜ਼ਰੂਰ, ਮੈਂ ਤੁਹਾਨੂੰ
ਐਗਜ਼ਾਮਪਲ ਕਈਆਂ ਦੇ ਅਸੀਂ ਨਾ ਬਦਲਦੇ ਹਾਂ ਬਲੌਗਸ 'ਚ ਤੇ ਕਈਆਂ ਦੇ ਨਹੀਂ ਬਦਲਦੇ ਜਦੋਂ ਪੇਰੈਂਟਸ ਕਹਿ ਦਿੰਦੇ ਕੋਈ ਨਹੀਂ ਸਾਨੂੰ ਫਰਕ ਨਹੀਂ ਪੈਂਦਾ ਨਾ ਦੱਸ ਦਿਓ ਸਾਡੇ ਬੱਚੇ ਦਾ ਕੋਈ ਨਹੀਂ ਪਰ ਮੈਂ ਸਮਝ ਲਓ ਕਿ ਮਨਦੀਪ ਦਾ ਐਗਜ਼ਾਮਪਲ ਨਵਜੋਤ ਦਾ ਤੇ ਮੈਂ ਐਗਜ਼ਾਮਪਲ ਦਿੱਤਾ ਮੈਂ ਨਾਮ ਬਦਲ ਰਹੀ ਹਾਂ ਜਿਹੜੇ ਪੇਰੈਂਟਸ ਰੈਸਟੋਰੈਂਟ 'ਚ ਨਹੀਂ ਜਾ ਸਕਦੇ ਸੀ ਹੁਣ ਜਾ ਰਹੇ ਆ ਇੱਕ ਬੱਚਾ ਸਾਡੇ ਕੋਲ 15 ਸਾਲ ਦੀ ਉਮਰ 'ਚ ਆਇਆ ਸੀਗਾ ਉਹਦਾ ਸ਼ਹਿਰ ਦੇ ਅੰਦਰ ਰਹਿੰਦੇ ਨੇ ਤੇ ਉਹ ਕਦੀ ਪਾਰਕ ਵਗੈਰਾ 'ਚ ਨਹੀਂ ਲੈ ਕੇ ਜਾ ਸਕਦੇ ਸੀ ਉਹਨੂੰ ਕਿਉਂਕਿ ਉਹਦੀ ਬਿਹੇਵੀਅਰ ਇਸ਼ੂ ਸੀ ਫੜਦੇ ਹੋਣਾ ਖੁਸ਼ੀ 'ਚ ਜਦੋਂ ਇੱਥੇ ਸ਼ੁਰੂ ਆਇਆ ਤੇ ਥੱਲੇ ਮੈਡੀਕਲ ਸਟੂਡੈਂਟਸ ਨੂੰ ਜਾ ਕੇ ਜੱਫੀਆਂ ਪਾਉਂਦਾ ਹੁੰਦਾ ਸੀ ਅਸੀਂ ਹੁਣ ਉਹ ਸਾਡੇ ਨਾਲ ਆਊਟਿੰਗਸ ਜਾ ਰਿਹਾ ਹੈ ਪਰ ਅਜੇ ਵੀ ਪੇਰੈਂਟਸ ਉਹਨੂੰ ਪਾਰਕ ਤੇ ਇਕੱਲੇ ਨਹੀਂ ਲੈ ਕੇ ਜਾ ਸਕਦੇ ਪਰ ਇੱਥੇ ਸਾਡੇ ਨਾਲ ਠੀਕ ਹੈ ਸੋ ਵੀ ਆਰ ਸਟਿਲ ਵਰਕਿੰਗ ਔਨ ਹਿਮ ਉਹਨੂੰ ਆਉਂਦੇ ਹੋਏ 2-3 ਸਾਲ ਹੋ ਗਏ ਤੇ ਖਾਣਾ ਤੇ ਕੌਨਫੀਡੈਂਸ ਮੇਰੇ ਆਪਣੇ ਬ੍ਰਦਰ 'ਚ ਇੰਨਾ ਕੌਨਫੀਡੈਂਸ ਹੈ ਉਹ ਆਪਣੀ ਸ਼ਰਟ ਆਪ ਚੂਜ਼ ਕਰਦੇ ਨੇ ਪਾਉਣ ਨੂੰ ਉਹਨਾਂ ਦਾ ਲਾਲ ਰੰਗ ਦਾ ਦਿਲ ਕਰ ਰਿਹਾ ਕੱਪੜਾ ਪਹਿਨਦਾ ਤਾਂ ਆਪ ਲਾਲ ਰੰਗ ਲੈਣਗੇ ਉਹ ਜਿਹੜਾ ਕਿ ਪਹਿਲਾਂ ਅਸੀਂ ਉਹਨੂੰ ਆਫਰ ਵੀ ਨਹੀਂ ਕੀਤੀ ਚੋਇਸ ਕਦੀ ਤੇ ਡਿਗਨਿਟੀ ਜਿਹੜੀ ਤੇ ਐਂਡ ਆਪਸ ਮਿਲ ਕੇ ਆਪਣੇ ਵਰਗਿਆਂ ਨਾਲ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਨੂੰ 9 ਤੋਂ 3 ਇੱਥੇ ਰਹਿੰਦੇ ਨੇ ਸਾਰਾ ਹਫਤਾ ਸੰਡੇ ਛੁੱਟੀ ਹੁੰਦੀ ਹੈ ਕੋਈ ਸਮਰ ਹੌਲੀਡੇਜ਼ ਨਹੀਂ ਹੁੰਦੀ ਸਕੂਲ ਨਹੀਂ ਹੈਗਾ ਸ਼ੈਲਟਰਡ ਵਰਕਸ਼ਾਪ ਹੈ ਆਊਟਿੰਗਸ ਹੁੰਦੀਆਂ ਸਾਡੀਆਂ ਬਹੁਤ ਇੰਟਰਸਟਿੰਗ ਅਸੀਂ ਆਪਣੇ ਕਲਾਇੰਟਸ ਤੋਂ ਇੰਨਾ ਕੁਝ ਸਿੱਖਦੇ ਹਾਂ ਮੋਰਲ ਵੈਲਿਊਜ਼ ਇੰਨਾ ਪੇਸ਼ੈਂਸ ਤੇ ਹਿਊਮਨਿਜ਼ਮ ਜਿਹੜਾ ਉਹਨਾਂ ਤੋਂ ਅਸੀਂ ਸਿੱਖਦੇ ਹਾਂ ਅਸੀਂ ਕੌਣ ਹੁੰਦੇ ਉਹਨਾਂ ਨੂੰ ਸਿਖਾਉਣ ਵਾਲੇ ਤੇ ਮੈਮ ਜਿੱਦਾਂ ਜਿਹੜੇ ਬੱਚੇ ਤੁਹਾਡੇ ਕੋਲ ਇੱਥੇ ਆਉਂਦੇ ਨੇ ਆਊਟਿੰਗ 'ਤੇ ਤੁਸੀਂ ਉਹਨਾਂ ਨੂੰ ਲੈ ਕੇ ਜਾਂਦੇ ਹੋ ਤੇ ਤੁਸੀਂ ਜਿੱਦਾਂ ਕਿਹਾ ਕਿ 2-3 ਸਾਲ ਤੇ ਮੈਂ ਕਹਿ ਸਕਦਾ ਕਿ ਬੜਾ ਲੌਂਗ ਟਰਮ ਟਰੀਟਮੈਂਟ ਹੋ ਸਕਦਾ ਵਾ ਇਹ ਕਿ ਬੱਚਿਆਂ ਨੂੰ ਵੀ ਬੱਚਿਆਂ ਦੇ ਮਾਪਿਓ ਨੂੰ ਬਹੁਤ ਜ਼ਿਆਦਾ ਪੇਸ਼ੈਂਸ ਰੱਖਣੇ ਪੈਂਦੇ ਹੋਣਗੇ ਇਸ ਚੀਜ਼ ਨੂੰ ਲੈ ਕੇ ਕਿ ਬਹੁਤ ਲੌਂਗ ਟਰਮ ਟਰੀਟਮੈਂਟ ਚੱਲ ਸਕਦਾ ਹੈ ਬਟ ਹਾਂ ਜੋ ਜਿੱਥੇ ਤੱਕ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਅਗਰ ਉਹਨਾਂ ਦੇ ਘਰ ਜੋ ਇਹ ਮੈਮ ਚੀਜ਼ਾਂ ਦੇ ਰਹੇ ਨੇ ਮੈਮ ਉਹਨਾਂ ਨੂੰ ਪ੍ਰੋਪਰ ਕਰ ਰਹੇ ਨੇ ਮੈਂ ਨਹੀਂ ਕਹੂੰ ਆਪਣੇ ਮੈਂ ਤਾਂ ਸਟਾਫ ਦੇ ਰਿਹਾ ਸਾਰਾ ਅਸੀਂ ਤਾਂ ਥੋੜਾ ਪਿੱਛੇ ਸ਼ੁਰੂਆਤ ਕੀਤੀ ਹੈ ਜੀ ਬਹੁਤ ਮਿਹਰਬਾਨੀ ਰਾਹੁਲ ਜੀ ਹਾਂ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਅਗਰ ਤੁਸੀਂ ਘਰ ਉਹ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿਓ ਉਹੀ ਬੱਚਿਆਂ ਨੂੰ ਸ਼ਾਇਦ ਉਹ ਚੀਜ਼ਾਂ ਕੀ ਮੰਗਦੇ ਨੇ ਕਿ ਉਹ ਪਿਆਰ ਮੰਗਦੇ ਨੇ ਤੁਹਾਡੇ ਕੋਲੋਂ ਉਹ ਤੁਹਾਡੇ ਉਹ ਡਿਫਰੈਂਟ ਨਹੀਂ ਮੈਂ ਕਹਿਣਾ ਚਾਹੁੰਦੇ ਕਿ ਤੁਸੀਂ ਉਹਨਾਂ ਦਾ ਆਪਣੇ ਭੈਣ ਭਰਾ ਤੋਂ ਡਿਫਰੈਂਟ ਰੱਖੋ ਜਾਂ ਤੁਸੀਂ ਉਹਨਾਂ ਨੂੰ ਲੋਕਾਂ ਤੋਂ ਡਿਫਰੈਂਟ ਸਮਝੋ ਹਾਂ ਉਹ ਡਿਫਰੈਂਟ ਹੋਣਗੇ ਜ਼ਰੂਰ ਹੋਣਗੇ ਕਿਸੇ ਹੱਦ ਤੱਕ ਬਟ ਹਾਂ ਅਗਰ ਉਹਨਾਂ ਨੂੰ ਤੁਸੀਂ ਉਹੀ ਲੋਕਾਂ ਦੇ ਨਾਲ ਸਮਝੋਗੇ ਉਹਨਾਂ ਨੂੰ ਉਹੀ ਟਾਈਮ ਉਹੀ ਪਿਆਰ ਉੱਥੇ ਆਪਣੇ ਘਰ ਦੋਗੇ ਤਾਂ ਸ਼ਾਇਦ ਘਰ ਨਾਲੋਂ ਵਧੀਆ ਟ੍ਰੀਟਮੈਂਟ ਮੈਨੂੰ ਲੱਗਦਾ ਕਿ ਮੈਮ ਕਿਤੇ ਨਹੀਂ ਹੋ ਸਕਦਾ ਐਬਸੋਲੂਟਲੀ ਘਰ ਮੈਮ ਘਰ ਵਰਗਾ ਟ੍ਰੀਟਮੈਂਟ ਕਿਤੇ ਹੋ ਹੀ ਨਹੀਂ ਸਕਦਾ ਜੋ ਅਸੀਂ ਉਹ ਤਾਂ ਪੇਰੈਂਟਸ ਫੋਲੋ ਕਰਦੇ ਨੇ ਜੋ ਇੱਥੇ ਅਸੀਂ ਕਰ ਰਹੇ ਹਾਂ ਟ੍ਰੇਨਿੰਗ ਲਈ ਉਹ ਘਰ ਫੋਲੋ ਕਰਦੇ ਨੇ ਜਿੰਨਾ ਕਰ ਸਕਦੇ ਨੇ ਜਿਵੇਂ ਮੈਂ ਕਿਹਾ ਬਜ਼ੁਰਗ ਵੀ ਹੋ ਰਹੇ ਪੇਰੈਂਟਸ ਯੂ ਨੋ ਪਰ ਇੱਕ ਦੋ ਪੇਰੈਂਟਸ ਅਸੀਂ ਹੈਵ ਡਾਈਡ ਇਨ ਦ ਲਾਸਟ 3 or 4 years ਤੇ ਉਹ ਸਾਰਾ ਫੈਕਟਰ ਵੀ ਕਰੀਏ ਪਰ ਉਹਨਾਂ ਦੀ ਮੈਡੀਕਲ ਚੈੱਕਅਪਸ ਵੀ ਕਿਉਂਕਿ ਉਹ ਵੱਡੇ ਹੋ ਰਹੇ ਨੇ ਕਈ ਓਵਰਵੇਟ ਦੀ ਬਹੁਤ ਇਸ਼ੂ ਹੈ ਉਹ ਸਾਰੇ ਬੜਾ ਟਰਸਟ ਹੈ ਫੈਮਿਲੀ ਸੇ ਸਾਡੀ ਬਹੁਤ ਰੈਪੋ ਬਣੀ ਹੋਈ ਹੈ ਤੇ ਕਲਾਇੰਟਸ ਉਹਨਾਂ ਨੂੰ ਅਸੀਂ ਕਲਾਇੰਟਸ ਕਹਿੰਦੇ ਆ ਤੇ ਉਹਨਾਂ ਨੂੰ ਜਿਹੜਾ ਮੈਂ ਤੁਹਾਨੂੰ ਕੁਝ ਸਕਸੈਸ ਸਟੋਰੀਜ਼ ਦੱਸਾਂਗੀ ਕਈ ਸ਼ੈਲਟਰਡ ਵਰਕਸ਼ਾਪ 'ਚ ਹੀ ਰਹਿ ਸਕਦੇ ਨੇ ਉਹਨਾਂ ਨੂੰ ਹਮੇਸ਼ਾ ਸੁਪਰਵਿਜ਼ਨ ਦੀ ਲੋੜ ਪਏਗੀ ਕਈ ਬਾਹਰ ਜਾ ਕੇ ਜੌਬ ਕਰ ਸਕਦੇ ਨੇ ਅਸੀਂ 2 ਪਲੇਸਮੈਂਟ ਕੀਤੇ ਨੇ ਅਨੁਰਾਗ ਹੁਣ ਨਿਵਿਆ ਸਪੋਰਟਸ ਵਿੱਚ ਕੰਮ ਕਰਦੇ ਨੇ ਐਲੀਵੇਟਰ ਆਪਰੇਟਰ ਉਹਨਾਂ ਨੂੰ 10ਵੀਂ ਅਸੀਂ ਕਰਵਾ ਕੇ ਕੀਤਾ ਹੈ ਤੇ ਭਰਤ ਦੀ ਵੇਟ ਕਰ ਰਹੇ ਹਾਂ ਭਰਤ ਲਈ ਅਸੀਂ ਲੱਭ ਚੁੱਕੇ ਹਾਂ ਕੁਝ ਜੌਬਸ ਪਰ ਉਹਦੇ ਪੇਰੈਂਟਸ ਲਈ ਸੂਟੇਬਲ ਨਹੀਂ ਸੀਗੇ ਟਰਾਂਸਪੋਰਟੇਸ਼ਨ ਵਗੈਰਾ ਤੋ ਪੇਰੈਂਟਸ ਤੇ ਉਹ ਇੱਕ ਸਾਡੇ ਹਰਪ੍ਰੀਤ ਸੀਗੇ ਉਹਨਾਂ ਨੂੰ ਹੋਟਲ 'ਚ ਪਲੇਸ ਕੀਤਾ ਸੀ ਤੁਸੀਂ ਕਹਿ ਰਹੇ ਹੋ ਕਿ ਨੀਵਿਆ ਦੇ ਵਿੱਚ ਉਹ ਜੌਬ ਕਰਨ ਲੱਗ ਗਏ ਸੀਗੇ ਹੁਣ ਮਤਲਬ ਕਿ ਕਰ ਰਹੇ ਆ ਜੌਬ ਹੁਣ ਵੀ ਕਰ ਰਹੇ ਨੇ ਜੌਬ ਕਰ ਰਹੇ ਨੇ ਤੇ ਉਹਨਾਂ ਨੂੰ ਕਿੰਨਾ ਟਾਈਮ ਲੱਗੂਗਾ ਤੁਹਾਡਾ ਮਤਲਬ ਕਿ ਜੋ ਉਹਨਾਂ ਦੇ ਟ੍ਰੀਟਮੈਂਟ ਲਈ ਉਹ ਤਾਂ ਰੀਹੈਬਿਲਿਟੇਟ ਹੋ ਚੁੱਕੇ ਨੇ ਅਸੀਂ ਮੇਰੇ ਖਿਆਲ ਤੁਸੀਂ ਟ੍ਰੀਟਮੈਂਟ ਪਹਿਲਾਂ ਜ਼ਿਕਰ ਕੀਤਾ ਮੈਨੂੰ ਰੀਹੈਬਿਲਿਟੇਸ਼ਨ word use ਕਰ ਲੈਣਾ ਚਾਹੀਦਾ ਸੀ ਪਰ ਮੇਰੇ ਦਿਮਾਗ 'ਚ ਉਸ ਲਈ ਨਹੀਂ ਆਇਆ ਤੇ ਰੀਹੈਬਿਲਿਟੇਸ਼ਨ ਇਜ਼ ਬੇਸਿਕਲੀ ਰਿਸਟੋਰਿੰਗ them to their full potential that we possible ਤੇ ਕਈਆਂ ਦਾ ਪੋਟੈਂਸ਼ੀਅਲ ਹੈਗਾ ਬਾਹਰ ਜਾ ਕੇ ਆਪੇ ਜਾਂਦਾ ਆਟੋ ਤੋਂ ਘਰ ਪਹਿਲਾਂ ਉਹਦੇ ਫਾਦਰ ਉਹਨੂੰ ਇੱਥੇ ਛੱਡਦੇ ਸੀ 2 ਸਾਲ ਬਾਅਦ ਤਾਂ ਇੰਨਾ ਕੌਨਫੀਡੈਂਸ ਹੈ ਉਹਦੇ 'ਚ ਹੁਣ ਐਲੀਵੇਟਰ ਆਪਰੇਟਰ ਹੈਗਾ ਐਂਡ ਪ੍ਰੋਵੀਡੈਂਟ ਫੰਡ 8000 ਰੁਪੀਜ਼ ਅ ਮੰਥ ਉਹ ਸਾਡੀ ਸਕਸੈਸ ਸਟੋਰੀ ਹੈ ਪਰ ਪੇਰੈਂਟਸ ਦੀ ਬਹੁਤ ਐਫਰਟ ਹੈ ਜਿਨ੍ਹਾਂ ਨੇ ਨਾ ਹੌਸਲਾ ਜਾਂਦੇ ਰਹੇ ਉਹਦੇ ਨਾਲ ਫਿਰ ਉਹ ਸਹੀ ਆਪੇ ਆਟੋ 'ਚ ਇੱਥੇ ਆਇਆ ਉਹਨੂੰ ਜੌਬ ਕਰ ਰਿਹਾ ਮੈਂ ਕਿ ਸਭ ਤੋਂ ਵੱਡੀ ਫੈਕਟਰ ਪੇਰੈਂਟਸ ਹੀ ਬਾਅਦ ਐਂਡ 'ਤੇ ਆ ਕੇ ਕਿ ਅਗਰ ਤੁਹਾਡੇ ਪੇਰੈਂਟਸ ਅਗਰ ਬੱਚਿਆਂ ਦੇ ਪੇਰੈਂਟਸ ਉਹਨਾਂ ਦਾ ਸਾਥ ਦੇਣਗੇ ਤਾਂ ਓਬਵੀਅਸ ਹੈ ਕਿ ਕੁਝ ਵੀ ਕਰ ਸਕਦੇ ਨੇ ਜਿੱਦਾਂ ਕਿ ਮੈਂ ਸਕਸੈਸ ਸਟੋਰੀ ਦੱਸੀ ਹੈ ਜਿਹੜੀ ਤੁਹਾਨੂੰ ਸਾਡੇ ਨਾਲ ਸ਼ੇਅਰ ਕੀਤੀ ਹੈ ਅਤੇ ਕੁਝ ਮੈਂ ਚਾਹਾਂਗਾ ਕਿ ਜਿੱਦਾਂ ਮੈਮ ਦੱਸ ਰਹੇ ਨੇ ਉਹਨਾਂ ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਬਲੌਗ 'ਤੇ ਜਾ ਕੇ ਉਹ ਸ਼ਾਇਦ ਜਿਹੜੇ ਜੋ ਲੋਕ ਪੜ੍ਹਨਾ ਚਾਹੁੰਦੇ ਜੋ ਲੋਕ ਇੱਛੁਕ ਹੈਗੇ ਨੇ ਪੜ੍ਹਨ ਦੇ ਇੱਛੁਕ ਹੈਗੇ ਨੇ ਉਹ ਪੜ੍ਹ ਵੀ ਸਕਦੇ ਨੇ ਇਸ 'ਤੇ ਆਲਸੋ ਫੇਸਬੁੱਕ ਪੋਸਟ ਜੀ ਅਸੀਂ ਫੇਸਬੁੱਕ ਪੋਸਟ ਲਗਾਤਾਰ ਹਫਤੇ 'ਚ ਇੱਕ ਵਾਰ ਜ਼ਰੂਰ ਅਪਡੇਟ ਕਰਦੇ ਹਾਂ ਕੋਈ ਨਾ ਕੋਈ ਚੰਗੀ ਸਟੋਰੀ ਹੁੰਦੀ ਹੈ ਉਹਦੇ 'ਚ ਇੰਟਰਸਟਿੰਗ ਅਤੇ ਫੇਸਬੁੱਕ ਪੋਸਟ 'ਤੇ ਵੀ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਅਤੇ ਮੈਮ ਤੁਸੀਂ ਕੋਈ ਹੋਰ ਕੋਈ ਗੱਲ ਜੋ ਦੱਸਣਾ ਚਾਹੁੰਦੇ ਹੋ ਸ਼ੇਅਰ ਕਰਨਾ ਚਾਹੁੰਦੇ ਹੋ ਜਿਹੜੀ ਤੁਹਾਨੂੰ ਦਿੱਕਤ ਆ ਰਹੀ ਹੈ ਜਾਂ ਕੁਝ ਵੀ ਕੋਈ
ਮੋਟੀਵੇਸ਼ਨਲ ਗੱਲ ਕਿ ਤੁਸੀਂ ਬੱਚਿਆਂ ਨੇ ਜਾਂ ਬੱਚਿਆਂ ਦੇ ਮਾਪਿਆਂ ਨੂੰ ਜੋ ਇਸ ਟਾਈਮ ਦੁਆਬੇ ਦੇ ਵਿੱਚ ਤੁਸੀਂ ਆਪਣਾ ਜੋ ਕਹਿ ਰਹੇ ਕਿ ਚਲਾ ਰਹੇ ਹੋ, ਤੁਹਾਨੂੰ ਦੁਆਬੇ ਦੇ ਵਿੱਚ ਹੀ ਇੰਨੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਨੇ? ਹਾਂਜੀ, ਕਈ ਵਾਰ ਮੈਂ ਸੋਚਿਆ ਜੇ ਮੈਂ ਲੁਧਿਆਣਾ ਜਾਂ ਅੰਮ੍ਰਿਤਸਰ ਆਪਾਂ ਸ਼ੁਰੂ ਕੀਤਾ ਹੁੰਦਾ ਤੇ ਈਜ਼ੀਅਰ ਹੋਣਾ ਸੀਗਾ, ਕਿਉਂਕਿ ਮੈਂ ਉੱਥੇ ਵੀ ਮੇਰਾ ਇੱਕ ਹੋਰ NGO ਹੈ ਕਲਾਈਮੇਟ ਐਕਸ਼ਨ ਦਾ, ਉੱਥੇ ਵੀ ਲੋਕ ਪੋਪੂਲੇਸ਼ਨਸ ਨਾਲ ਕੰਮ ਕਰਦੀ ਹਾਂ। ਪਰ ਹੁਣ ਅਸੀਂ ਇੱਥੇ ਆ, ਸਾਡਾ ਪਿਆਰ ਹੈ ਇੱਥੇ ਹੁਣ ਬਣਿਆ ਹੋਇਆ, ਸਾਡੇ ਸਟਾਫ ਇੱਥੋਂ ਦੇ ਨੇ, ਪਰ ਭਵਿੱਖ ਵਿੱਚ ਅਸੀਂ ਉੱਥੇ ਪੂਰੇ ਪੰਜਾਬ 'ਚ ਸਪਰੈਡ ਹੋਣਾ ਚਾਹਾਂਗੇ। ਠੀਕ। ਪਰ ਹਿਊਮਨ ਰਿਸੋਰਸਿਸ ਸਾਡਾ ਸਭ ਤੋਂ ਵੱਡਾ ਚੈਲੰਜ ਹੈ। ਹਿਊਮਨ ਰਿਸੋਰਸਿਸ ਤੋਂ ਮੇ ਵੀ ਜਨਤਾ ਵੀ ਇੱਕ ਵੱਡਾ ਚੈਲੰਜ ਹੈ, ਸਭ ਤੋਂ ਵੱਡਾ ਮੇਰੇ ਖਿਆਲ ਸੋਸਾਇਟੀ ਤੇ ਫੈਮਿਲੀ ਉਸ ਤੋਂ ਬਾਅਦ ਹਿਊਮਨ ਰਿਸੋਰਸਿਸ। ਕਿਉਂਕਿ ਕੁਝ ਲੋਕ ਜੋ ਅੱਗੇ ਕੰਮ ਕਰਨਾ ਚਾਹੁੰਦੇ ਨੇ, ਕੁਝ ਕਈ ਵਾਰ ਸੋਸਾਇਟੀ ਉਹਨਾਂ ਨੂੰ ਪਿੱਛੇ ਖਿੱਚ ਲੈਂਦੀ ਹੈ, ਕੁਝ ਪਰਸਨਲ ਇਸ਼ੂਜ਼ ਵੀ ਹੁੰਦੇ ਨੇ ਲੋਕਾਂ ਦੇ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ 'ਤੇ ਕੰਮ ਕਰਨ ਤੋਂ ਰੋਕਦੀ ਆ। ਬਟ ਨਹੀਂ, ਅਸੀਂ ਜ਼ਰੂਰ ਨਵਨੀਤ ਭੁੱਲਰ ਜੀ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ ਤੇ ਅਸੀਂ ਆਸ਼ਾ ਕਰਦੇ ਹਾਂ ਕਿ ਉਮੀਦ ਕਰਦੇ ਹਾਂ ਕਿ ਜੋ ਲੋਕ ਨੇ ਉਹ ਅਪਾਰ ਦੇ ਨਾਲ ਆ ਕੇ ਜੁੜਨਗੇ, ਇਹਨਾਂ ਨੂੰ ਹਿਊਮਨ ਰਿਸੋਰਸਿਸ ਮਿਲਣਗੇ ਤੇ ਜ਼ਰੂਰ ਮਿਲਣਗੇ। ਤੋਂ ਅਸੀਂ ਮੈਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ। ਤੋਂ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ।